ਤੁਸੀਂ ਆਪਣੇ ਆਪ ਨੂੰ ਔਰਤ ਆਈਡੈਂਟੀਫਾਈ ਕਰਦੇ ਹੋ? ਬਿਲਕੁਲ ਕਰਦੀ ਹਾਂ। ਅਗਰ ਮੈਂ ਉਹਦੇ ਵਾਸਤੇ ਘਰੇ ਖਾਣਾ ਬਣਾਉਂਦੀ ਸੀ, ਉਹਦੇ ਵਾਸਤੇ ਹਰ ਇੱਕ ਚੀਜ਼ ਕਰਦੀ ਸੀ ਜਿਹੜੀ ਇੱਕ ਵਾਈਫ ਕਰਦੀ ਹੈ। ਅੱਜ ਪਤਾ ਲੱਗ ਰਿਹਾ ਹੈ ਕਿ ਮੈਂ ਇਸ ਵਰਕਰ ਦੇ ਨਾਲ ਰਹਿ ਰਹੀ ਸੀ। ਉਹਦੀ माँ कहती है हिजाब बाहर निकल, माँ कहती है हिजाब हमारे बेटे के पीछे पड़ा। ज़्यादा कुत्ते का जना, पता नहीं क्या क्या बोला उसके मन में। मैं वो मुंडे ते 40 लाख तो उत्ते लाया हुआ। आज मैं खुल के कह रही 9 लाख तो उत्तों दी तो गूगल पे ट्रांजैक्शन है कली जेड़ी वो चैट ते मन्निया होया। इस वीडियो में कोई धक्का हुआ है? इस वीडियो में कोई धक्का चल रहा है, मैं दोबारा दिखाना चाहूँगा। गूगल पे की वो जीमेल आईडी कायरफ खुराना के नाम से बनाकर यहाँ पर डाली हुई थी ताकि वो लगे ट्रांजैक्शन कायरफ खुराना को जा रही है। वाहियात और जलील आदमी है। इसकी आईडी .com पर भी बनी हुई थी जहाँ पर ये पेड देता था लोगों को, लोगों को नहीं इसको। इसके माँ बाप को इसकी ये सच्चाइयाँ दिखनी अब जरूरी है। जाके दस्से सारी गलबात इन्होंने माँ बाप ने कि मेरे नाल ਤਾਂ ਉਹਨੇ ਜ਼ਬਰਦਸਤੀ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਉਹ ਵੀ ਸਹਿਗੀ ਸੀ। ਮੇਰੇ ਨਾਲ ਰਿਲੇਸ਼ਨਸ਼ਿਪ 'ਚ ਹੋਣ ਤੋਂ ਬਾਵਜੂਦ LGBT ਕਮਿਊਨਿਟੀ ਦੇ ਇੱਕ ਮੈਂਬਰ ਜਿਹੜਾ ਮੇਰਾ ਦੋਸਤ ਸੀਗਾ ਉਹਦੇ ਨਾਲ ਉਹ ਹੋ ਕੇ ਆਇਆ ਸੀ। ਇਹ ਮੈਂ ਸੂਟ ਖਰੀਦਣ ਵਾਸਤੇ ਗਈ ਸੀ, ਮੈਂ ਉਹਨੂੰ ਫੋਟੋ ਕਲਿੱਕ ਕਰਕੇ ਭੇਜ ਰਹੀ ਸੀਗੀ। ਉਹ ਮੈਨੂੰ ਕਹਿ ਰਿਹਾ ਸੀਗਾ ਇਹ ਲੈ ਲੈ ਇਹ ਲੈ ਲੈ। ਤਾਂ ਰਿਲੇਸ਼ਨਸ਼ਿਪ ਸੀਗਾ ਤਾਈਓ ਸੀਗਾ ਇਹ। सिर्फ एक बच्चा पैदा ना करके देना वो मेरी सज़ा बन गया शायद, मुझे ऐसा लगता है, या शायद मेरा रंग रूप बन गया। मन करता है दीवारों पे सर मारूं जो मेरे साथ हो गया। इससे बड़ी बात नहीं कर सकती। मन करता है भगवान उठा ले, सुबह ना दिखाए, पर फिर ये सोच कर रुक जाती हूँ कि अगर मैं चली गई तो आज जो मेरे अपने हैं उनका क्या होगा। ਕਿਸੇ ਸ਼ਖਸ ਵੱਲੋਂ ਇਹਨਾਂ ਦੇ ਨਾਲ ਸ਼ਾਦੀ ਵੀ ਕਰਵਾਏਗੀ, ਇਹ ਰਿਲੇਸ਼ਨਸ਼ਿਪ ਦੇ ਵਿੱਚ ਵੀ ਰਹੇ, ਕੀ ਸਾਰੀ ਗੱਲਬਾਤ ਹੈ? ਇਹਨਾਂ ਦੇ ਰੋਂਦਿਆਂ ਦੀ, ਕੁਰਲਾਉਂਦਿਆਂ ਦੀ ਇੱਕ ਜਿਹੜੀ ਵੀਡੀਓ ਸੀ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ। ਗੱਲਬਾਤ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ। ਨਮਸਕਾਰ ਜੀ। नमस्कार जी। ਕੀ ਹਾਲ ਹੈ ਤੁਹਾਡਾ? मेरा हाल बहुत बढ़िया, आप बताइए। ਜੀ ਮੈਂ ਵੀ ਠੀਕ ਹਾਂ। ਪਰ ਥੋੜੇ ਦਿਨ ਪਹਿਲਾਂ ਜੋ ਅਸੀਂ ਤਸਵੀਰਾਂ ਦੇਖੀਆਂ ਤੁਹਾਡੀਆਂ, ਉਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਰੋ ਰਹੇ ਸੀ, ਕੁਰਲਾ ਰਹੇ ਸੀਗੇ। ਕੀ ਕਾਰਨ ਨੇ? कारण कहते हैं कि हर एक इंसान के साल में एक दिन ऐसा होता है कि वो पंजाबी में आप दो कारण कहते होंगे कि हर एक इंसान दी लाइफ च एक साल च एक दिन ਇਹੋ ਜਿਹਾ ਹੁੰਦਾ ਹੈਗਾ ਕਿ ਜਿਹਦੇ ਚ ਤੁਸੀਂ ਉਹ ਦਿਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ। ਤਾਂ ਮੇਰਾ ਜਨਮ ਦਿਨ ਨੇੜੇ ਸੀਗਾ। ਮੇਰੇ ਜਨਮ ਦਿਨ ਚ ਦਿਨ ਰਹਿ ਗਏ ਸੀਗੇ 2-3। 17 ਅਗਸਤ ਨੂੰ ਮੇਰਾ ਜਨਮ ਦਿਨ ਸੀਗਾ। ਤਾਂ ਮੈਂ ਕਹਿੰਦੇ ਕਿ ਜਨਮ ਦਿਨ ਵੀ ਤਾਂ ਮਨਾਇਆ ਜਾਂਦਾ ਹੈ ਜਦੋਂ ਤੁਹਾਡਾ ਚਾਹਣ ਵਾਲਾ ਤੁਹਾਡੇ ਨਾਲ ਹੋਵੇ, ਹੈ ਨਾ। ਤਾਂ ਮੈਂ ਇਸ ਕਰਕੇ ਉਹਨੂੰ ਯਾਦ ਕਰਕੇ ਰੋ ਰਹੀ ਸੀ ਕਿ ਅਗਰ ਚਲੋ ਮੇਰੀ ਗਲਤੀ ਨਹੀਂ ਸੀ, ਕਿਸ ਨੂੰ ਯਾਦ ਕਰਕੇ ਰੋ ਰਹੀ ਸੀ? ਤੁਸੀਂ ਬੜਾ ਦੁਹਾਈ ਪਾ ਰਹੇ ਸੀ ਫੋਨ ਤੇ ਕਿ ਤੂੰ ਮੈਨੂੰ ਬਲੌਕ ਕਰਤਾ, ਤੂੰ ਵਾਪਸ ਆ ਜਾ, ਤੂੰ ਇੰਜ ਨਾ ਕਰ। ਕੌਣ ਹੈ ਉਹ? ਮੈਂ ਕਾਇਰਫ ਖੁਰਾਨਾ ਨੂੰ ਯਾਦ ਕਰਕੇ ਰੋ ਰਹੀ ਸੀ। ਕਾਇਰਫ ਖੁਰਾਨਾ ਆਫ ਵਿਸ਼ਾਲ ਪ੍ਰਾਸ਼ਰ, ਜਿਹੜੇ ਮੇਰੇ ਨਾਲ ਲਾਈਫ 'ਚ 2.5 ਸਾਲ ਦਿੱਤੇ ਉਹਨੇ ਮੈਨੂੰ ਆਪ ਦੇ, ਮੈਂ ਉਹਨੂੰ ਆਪ ਦੇ। ਤਾਂ ਮੈਂ ਉਹਨੂੰ ਯਾਦ ਕਰਕੇ ਰੋ ਰਹੀ ਸੀ। ਉਹ ਮੇਰਾ ਬॉयਫ੍ਰੈਂਡ ਸੀ, ਮੇਰਾ ਪਤੀ ਸੀ, ਮੇਰੇ ਨਾਲ ਰਿਲੇਸ਼ਨਸ਼ਿਪ 'ਚ ਸੀ, ਮੇਰੀ ਫੈਮਿਲੀ ਸੀ, ਸਭ ਕੁਝ ਸੀ। ਤਾਂ ਕਹਿੰਦੇ ਜਿਹਨੂੰ ਤੁਸੀਂ ਆਪ ਦਾ ਸਭ ਕੁਝ ਮੰਨਿਆ ਹੋਵੇ ਤਾਂ ਉਹਨੂੰ ਯਾਦ ਕਰਕੇ ਅੱਖਾਂ ਨਮ ਹੋ ਹੀ ਜਾਂਦੀ ਹੈ। ਮੈਨੂੰ ਐਵੇਂ ਲੱਗਦਾ। ਤਾਂ ਕਾਰਨ ਉਹ ਸੀ। ਪਰ ਅਜਿਹਾ ਕੀ ਹੋਇਆ ਕਿ ਤੁਹਾਨੂੰ ਇੰਨਾ ਰੋਣਾ ਪਿਆ, ਇੰਨਾ ਕੁਰਲਾਉਣਾ ਪਿਆ? ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਡੇ ਪਤੀ ਤੱਕ ਸੀਗੇ, ਤੁਹਾਡੇ ਬॉयਫ੍ਰੈਂਡ ਸੀਗੇ, ਔਰ ਇੰਨਾ ਜ਼ਿਆਦਾ ਨਜ਼ਦੀਕੀਆਂ ਵਧਣ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਅਜਿਹਾ ਜਿਹੜਾ ਹਾਲ ਹੈ ਉਹ ਸਾਹਮਣੇ ਆਉਣਾ, ਮੀਡੀਆ ਤੇ ਆਉਣਾ, ਉਹ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਖੜਾ ਕਰਦਾ ਹੈ। ਮੈਨੂੰ ਤੁਹਾਡਾ ਨਾ ਕੁਐਸਚਨ ਹੀ ਥੋੜਾ ਜਿਹਾ ਸਮਝ ਨਹੀਂ ਆਇਆ ਕਿਉਂਕਿ ਤੁਸੀਂ ਮੇਰੇ ਤੋਂ ਕੀ ਪੁੱਛਿਆ ਹੈਗਾ, ਇੱਕ ਵਾਰ ਰਿਪੀਟ ਕਰੋਗੇ? ਮੈਂ ਤੁਹਾਨੂੰ ਇਹ ਪੁੱਛ ਰਹੀ ਹਾਂ ਕਿ ਜਿਸ ਇਨਸਾਨ ਦੇ ਨਾਲ ਤੁਹਾਡੀਆਂ ਇੰਨੀਆਂ ਨਜ਼ਦੀਕੀਆਂ ਹੋਣ, ਤੁਸੀਂ ਉਹਨੂੰ ਆਪਣਾ ਪਤੀ ਤੱਕ ਕਹਿ ਰਹੇ ਹੋ, ਹਾਲਾਂਕਿ ਤੁਹਾਡੇ ਸਮਾਜ ਦੇ ਵਿੱਚ ਟਰਾਂਸਜੈਂਡਰ ਜਿਹੜੇ ਨੇ ਜਾਂ ਸਮਲਿੰਗੀ ਨੇ ਜਾਂ ਫਿਰ ਜਿਹੜੇ LGBTQ ਦੇ ਨੇ ਜਾਂ ਫਿਰ ਜਿਹੜੇ ਕਿੰਨਰ ਨੇ, ਉਹਨਾਂ ਦੇ ਲਈ ਵਿਆਹ ਦਾ ਜਿਹੜਾ ਪ੍ਰਾਵਧਾਨ ਹੈਗਾ ਸਾਡੇ ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਨਹੀਂ ਹੈਗਾ, ਉਹ ਨਹੀਂ ਪਰਮਿਟ ਕਰਦੀਆਂ। ਤਾਂ ਕਿਸ ਤਰ੍ਹਾਂ ਫਿਰ ਤੁਸੀਂ ਇੰਨਾ ਨਜ਼ਦੀਕ ਆ ਕੇ, ਕੀ ਸਾਰਾ ਮਾਮਲਾ ਹੈਗਾ? ਕਿਵੇਂ ਉਸ ਬੰਦੇ ਦੇ ਲਈ ਤੁਸੀਂ ਇੰਨੇ ਰੋਂਦੇ ਤੇ ਕੁਰਲਾਉਂਦੇ ਸੀ? ਕਹਿੰਦੇ ਕਿ ਇੱਕ ਛੋਟੀ ਜਿਹੀ ਗੱਲ ਹੁੰਦੀ ਹੈ ਕਿ ਰੋਈ ਮੈਂ ਅੱਜ ਤੋਂ
2 ਸਾਲ ਪਹਿਲਾਂ। ਅੱਖਾਂ 'ਚ ਹੰਝੂ ਮੇਰੇ, ਦਰਦ ਮੇਰਾ, ਮੇਰੇ ਪਰਿਵਾਰ ਦੀ ਗੱਲ ਪਿੱਛੇ ਮੈਂ ਰੋਈ। ਉਹ ਮੇਰੀ ਅੱਖਾਂ ਦੇ ਹੰਝੂ ਉਹਦੀ ਅੱਖਾਂ 'ਚੋਂ ਨਿਕਲਿਆ ਹੈ ਨਾ। ਕਹਿੰਦੇ ਹੈ ਕਿ ਤੁਹਾਡੀਆਂ ਅੱਖਾਂ ਦੇ ਹੰਝੂ ਕਿਸੇ ਹੋਰ ਦੀਆਂ ਅੱਖਾਂ ਤੋਂ ਨਿਕਲਿਆ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਤਾਂ ਮੈਂ ਉਹ ਸਾਰੀਆਂ ਚੀਜ਼ਾਂ ਕਿਵੇਂ ਭੁੱਲ ਜਾਂ ਜਿਹੜੀਆਂ ਮੇਰੇ ਨਾਲ ਸੀਗੀਆਂ। ਕਹਿੰਦੇ ਬੁਰਾਈਆਂ ਹਰ ਕੋਈ ਯਾਦ ਰੱਖਦਾ ਹੈ, ਪਰ ਅੱਛਾਈ ਵੀ ਯਾਦ ਰੱਖਣੀ ਚਾਹੀਦੀ ਹੈ। ਉਹਦੀ ਅੱਛਾਈਆਂ ਵੀ ਮੈਨੂੰ ਯਾਦ ਹੈਗੀਆਂ, ਤਾਂ ਸ਼ਾਇਦ ਉਹੀ ਕਾਰਨ ਸੀ ਮੇਰੇ ਰੋਣ ਦਾ ਉਸ ਟਾਈਮ। ਇਹੀ ਕਾਰਨ ਬਣਿਆ ਸੀਗਾ। ਕੌਣ ਹੈ ਤੁਸੀਂ ਦੱਸੋਗੇ ਉਸ ਸ਼ਖਸ ਦੇ ਬਾਰੇ, ਦੱਸੋਗੇ ਕਿ ਉਹ ਸ਼ਖਸ ਕੌਣ ਹੈ? ਤੁਸੀਂ ਕਿਹਾ ਵੀ ਤੁਸੀਂ 2-2.5 ਸਾਲ ਉਹਨਾਂ ਦੇ ਨਾਲ ਬਿਤਾਏ ਨੇ, ਉਹਨਾਂ ਨੇ ਤੁਹਾਡੇ ਨਾਲ ਬਿਤਾਏ ਨੇ। ਕੌਣ ਹੈ? ਕਿਉਂਕਿ ਉਹ ਵੀ, ਉਹਨਾਂ ਨੇ ਵੀ ਮੀਡੀਆ ਦੇ ਇੱਕ ਅਲੱਗ ਪਲੇਟਫਾਰਮ ਤੇ ਆ ਕੇ ਆਪਣਾ, ਤੁਹਾਡੀ ਜਿਹੜੀ ਉਹ ਰੋਣ ਵਾਲੀ ਵੀਡੀਓ ਸੀ ਉਸ ਤੋਂ ਬਾਅਦ ਉਹ ਆਏ ਖੁਦ ਵੀ ਪਲੇਟਫਾਰਮ ਤੇ, ਇੱਕ ਮੀਡੀਆ ਪਲੇਟਫਾਰਮ ਤੇ ਆਪਣਾ ਆ ਕੇ ਉਹਨਾਂ ਨੇ ਵਰਸ਼ਨ ਦਿੱਤਾ ਕਿ ਜਿਹੜਾ ਇਹ ਡੀਡੀ ਗੋਇਲ ਹੈ ਇਹ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰ ਰਿਹਾ ਸੀਗਾ ਔਰ ਮੈਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਸੀ, ਮੈਂ ਤਾਂ ਸਿਰਫ ਇਹਦਾ ਇੱਕ ਦੋਸਤ ਸੀਗਾ। ਹਾਂਜੀ। ਔਰ ਇਹ ਜਿਹੜਾ ਉਹ ਰਿਸ਼ਤਾ ਹੈ ਉਸ ਨੂੰ ਹੋਰ ਹੀ ਕਿਸੇ ਬਿਲਕੁਲ ਸਾਈਡ ਤੇ ਜਿਹੜਾ ਹੈ ਪਹਿਲੀ ਗੱਲ ਤਾਂ ਮੈਂ ਗੱਲ ਦਿਖਾਣਾ ਚਾਹੂੰਗੀ, ਇਹ ਕਾਇਰਵ ਦਾ ਨੰਬਰ ਹੈ, ਆਫੀਸ਼ੀਅਲ ਨੰਬਰ ਹੈ ਉਹਦਾ, ਤੁਸੀਂ ਦੇਖ ਸਕਦੇ ਹੋ। ਇਹ ਮੈਂ WhatsApp ਇਸ ਟਾਈਮ ਕਿਸੇ ਹੋਰ ਦਾ ਚਲਾ ਰਹੀ ਹੂੰ, ਕਿਸੇ ਹੋਰ ਦਾ WhatsApp ਚਲਾ ਰਹੀ ਹੂੰ। ਇਹ ਉਹੀ ਚੈਟ ਹੈ। ਇਹ ਚੈਟ ਤੋਂ ਜਦੋਂ ਮੈਂ ਉੱਪਰ ਜਾ ਰਹੀ ਹਾਂ ਧੀਰੇ ਧੀਰੇ ਕਰਕੇ, ਤਾਂ ਮੈਂ ਤੁਸੀਂ ਇਸ ਇੰਟਰਵਿਊ ਦੀ ਗੱਲ ਕਰ ਰਹੇ ਹੋ ਮੇਬੀ, ਰਾਈਟ? ਇਹ ਇੰਟਰਵਿਊ ਬਾਰੇ ਜਦੋਂ ਮੈਂ ਕਾਇਰਵ ਨਾਲ ਗੱਲ ਕੀਤੀ ਕੋਈ ਹੋਰ ਬਣ ਕੇ, ਤਾਂ ਮੈਨੂੰ ਪਤਾ ਲੱਗਿਆ ਆਹ ਇੰਟਰਵਿਊ ਕਰਾਉਣ ਦਾ ਉਹ ਮੀਡੀਆ ਵਾਲਿਆਂ ਨੇ ਕਾਇਰਵ ਤੋਂ ਪੈਸਾ ਲਿੱਤਾ ਹੈਗਾ। ਇੱਥੇ ਕਾਇਰਵ ਨੇ ਸਾਫ਼ ਕਿਹਾ ਹੈ 5000 ਰੁਪਏ 'ਚ ਇਹ ਇੰਟਰਵਿਊ ਹੋਣਾ ਹੈ। ਤਾਂ ਪਹਿਲੀ ਗੱਲ ਤਾਂ ਮੀਡੀਆ ਹੁੰਦੀ ਹੈ ਲੋਕਾਂ ਦੀਆਂ ਭਲਾਈ ਵਾਸਤੇ, ਲੋਕਾਂ ਨੂੰ ਸੱਚ ਦਿਖਾਉਣ ਵਾਸਤੇ, ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਸਤੇ। ਅਗਰ ਮੀਡੀਆ ਵੀ ਵਿਕਣ ਲੱਗ ਗਈ ਸਿਰਫ ਚੰਦ ਕਾਗਜ਼ ਦੇ ਟੁਕੜਿਆਂ ਦੇ ਪਿੱਛੇ, ਕਿਸੇ ਦੀ ਫੇਕ ਚੀਜ਼ਾਂ ਤੁਸੀਂ ਦਿਖਾ ਰਹੇ ਹੋ ਕਿ ਉਹਨੇ ਜੋ ਵੀ ਝੂਠ ਬੋਲਿਆ, ਮੇਰੇ ਸਾਈਡ ਦਾ ਪੱਖ ਨਹੀਂ ਲਿੱਤਾ ਗਿਆ, ਤੁਹਾਡਾ ਪੱਖ ਨਹੀਂ ਲਿੱਤਾ ਗਿਆ, ਨਹੀਂ ਲਿੱਤਾ ਗਿਆ ਔਰ ਇਹ ਦਿਖਾਈ ਗਈ, ਤਾਂ ਮੈਂ ਸਭ ਤੋਂ ਪਹਿਲਾਂ ਤਾਂ ਉਹ ਮੀਡੀਆ ਹਾਊਸ ਤੋਂ ਚਾਹੂੰਗੀ ਕਿ ਉਹ ਵੀਡੀਓ ਡਿਲੀਟ ਕਰਨ, ਕਿਉਂਕਿ ਉਹ ਵੀਡੀਓ 'ਚ ਉਹਨੇ ਜੋ ਵੀ ਦਾਅਵੇ ਕੀਤੇ ਉਹ ਸਾਰੇ ਝੂਠੇ ਨੇ। ਕਿਉਂਕਿ ਮੇਰੇ ਤੋਂ ਉਹ ਚੀਜ਼ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੀ ਕਿ ਕੋਈ ਇਨਸਾਨ ਮੇਰੇ ਬਾਰੇ ਇੰਨਾ ਝੂਠ ਕਿਵੇਂ ਬੋਲ ਸਕਦਾ ਹੈ, ਜਿਹਦਾ ਨਾਮ ਮੈਂ ਆਪਦੀ ਛਾਤੀ ਤੇ ਗੁਦਵਾਇਆ ਹੋਇਆ। ਓਕੇ, ਹੈ ਨਾ? तो आज भी ਤੁਸੀਂ ਨੋਟਿਸ ਕਰੋਗੇ ਮੇਰੇ ਘਰ ਦੀ ਦੀਵਾਰਾਂ ਤੇ ਉਹਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ, ਤਾਂ ਕੁਝ ਹੋਣਾ ਹੈ ਮੇਰਾ ਤੇ ਉਹਦਾ, ਤਾਂ ਹੀ ਉਹ ਤਾਂ ਲੱਗੀ ਹੋਈ ਹੈ। ਕੁਝ ਅਗਰ ਦੋਸਤੀ ਹੁੰਦੀ, ਇੱਕ ਨੋਰਮਲ ਜੀ ਗੱਲ ਹੈ, ਦੋਸਤੀ 'ਚ ਇੱਕ ਫੋਟੋ ਹੁੰਦੀ ਹੈ ਘਰੇ ਇੱਕ ਦੋਸਤ ਦੀ, ਮੇਰੇ ਘਰ ਦੀ ਇਹ ਬੈੱਡਰੂਮ 'ਚ ਉਹਦੀ ਫੋਟੋ, ਉਹ ਬੈੱਡਰੂਮ 'ਚ ਉਹਦੀ ਫੋਟੋ, ਉਹ ਬੈੱਡਰੂਮ 'ਚ ਉਹਦੀ ਫੋਟੋ, ਤਾਂ ਕੁਝ ਤਾਂ ਸੀਗਾ, ਤਾਈਓ ਹੈਗੀਆਂ। ਐਵੇਂ ਹਰ ਕੋਈ ਨਹੀਂ ਲਗਾਉਂਦਾ ਹੁੰਦਾ। ਅੱਜ ਦਾਅਵੇ ਕੀਤੇ ਜਾਂਦੇ ਹੈ, ਮੈਨੂੰ ਨਹੀਂ ਪਤਾ ਕਿ ਕਾਹ ਤੋਂ ਉਹ ਇਹ ਝੂਠੇ ਦਾਅਵੇ ਕਰ ਰਿਹਾ ਹੈਗਾ, ਹੈ ਨਾ? ਉੱਥੇ ਇੱਕ ਵੀਡੀਓ ਚੱਲ ਰਹੀ ਹੈ ਜਿਹਦੇ 'ਚ ਮੈਂ ਉਹਦੇ ਮਾਂ-ਪਿਓ ਬਾਰੇ ਕਹਿ ਰਹੀ ਹਾਂ ਕਿ ਮੈਂ ਤੇਰੇ ਮਾਂ-ਪਿਓ ਪਾ ਦੂੰਗੀ, ਉਹ ਇੰਟਰਵਿਊ 'ਚ। ਇਹ ਮੇਰਾ ਪੁਰਾਣਾ ਫੋਨ ਹੈ, ਇਹ ਫੋਨ 'ਚ ਉੱਪਰ 3 ਨੰਬਰ ਕਾਇਰਵ ਦੇ ਨੇ, ਤੇ ਆਹ ਨੰਬਰ ਵੀ ਕਾਇਰਵ ਦਾ ਹੀ ਹੈਗਾ, ਤੁਸੀਂ ਵੇਖ ਸਕਦੇ ਹੋ। अगर मैं चैट के पीछे जाती हूँ, लास्ट मेरी ਜਿਹੜੀਆਂ ਗੱਲਾਂ ਹੋਈਆਂ ਹੈਗੀਆਂ मैं तो वो भी डिलीट नहीं की हुई, ठीक है? वो ਗੱਲਾਂ ਹੈਗੀਆਂ ਜਿਹਦੇ 'ਚ ਮੇਰੇ ਨਾਲ जो जुर्म ਹੋਏ हैं, अगर मैं ओपनली आ गल इत्थे कह ਦਾਂ कि मेरे नाल ਤਾਂ ਉਹਨੇ ਜ਼ਬਰਦਸਤੀ भी ਕਰਨ ਦੀ ਕੋਸ਼ਿਸ਼ ਕੀਤੀ ਸੀ, मैं ਉਹ भी ਸਹਿਗੀ ਸੀ। ਮੇਰੇ ਨਾਲ ਰਿਲੇਸ਼ਨਸ਼ਿਪ 'ਚ ਹੋਣ ਤੋਂ ਬਾਵਜੂਦ LGBT ਕਮਿਊਨਿਟੀ ਦੇ ਇੱਕ ਮੈਂਬਰ ਜਿਹੜਾ ਮੇਰਾ ਦੋਸਤ ਸੀਗਾ ਉਹਦੇ ਨਾਲ ਉਹ ਹੋ ਕੇ ਆਇਆ ਸੀ। ਉਹ ਅੱਜ ਦਾਅਵੇ ਕਰ ਰਿਹਾ ਹੈਗਾ ਕਿ ਮੈਂ ਬਈ ਤੂੰ ਕਿੱਥੋਂ ਹੋ ਗਿਆ? ਅਗਰ ਤੂੰ ਇੰਨੇ ਮਾੜੇ ਇਸ ਪਲੇਟਫਾਰਮ ਤੇ ਆਪਦੀਆਂ ਆਈਡੀਆਂ ਬਣਾ ਕੇ ਬੈਠੇ, ਜਿੱਥੇ ਮਤਲਬ ਕਹਿੰਦੇ ਕਰੇ ਹੋ। ਮੈਨੂੰ ਮੇਰੇ ਨਾਲ ਰਿਸ਼ਤਾ ਖਤਮ ਹੋਣ ਤੋਂ ਬਾਅਦ ਅੱਜ ਪਤਾ ਲੱਗ ਰਿਹਾ ਹੈ ਕਿ ਮੈਂ ਇੱਕ
ਕਰ ਦੇ ਨਾਲ ਰਹਿ ਰਹੀ ਸੀ ਔਰ ਮੇਰੇ ਵਾਸਤੇ ਉਹ ਡੁੱਬ ਕੇ ਮਰਨ ਵਾਲੀ ਗੱਲ ਕਿਉਂ ਹੈ? ਕਹਿੰਦੇ ਜੀ ਅੱਜ ਕੋਈ ਅਗਰ ਹੈਗਾ ਹੈ ਨਾ, ਆਪਣੇ 4 ਬੰਦੇ ਬੈਠੇ ਹੈ ਰੈਪੂਟੇਟਡ, ਉਹਨਾਂ ਨੇ ਉਹਨੂੰ ਕਿਸੇ ਵਕਤ 'ਚ ਕਿਸੇ ਟਾਈਮ 'ਚ ਜੀਜਾ ਕਿਹਾ ਸੀਗਾ। ਅੱਜ ਉਹ 4 ਰੈਪੂਟੇਟਡ ਪਰਸਨ ਦੇ ਨਾਲ ਮੈਂ ਨਹੀਂ ਬੈਠ ਸਕਦੀ। ਕਿਉਂ ਨਹੀਂ ਬੈਠ ਸਕਦੀ? ਉਹਨਾਂ ਦਾ ਕੁਐਸਚਨ ਉਹਨਾਂ ਦੇ ਮਾਈਂਡ 'ਚ ਕਿਤੇ ਨਾ ਕਿਤੇ ਹੋਣਾ, ਯਾਰ ਇਹਨਾਂ ਦਾ ਪਤੀ ਕਹਿੰਦੀ ਹੁੰਦੀ ਸੀ, ਪਤਾ ਨਹੀਂ ਕਿਹੋ ਜਿਹਾ ਬੰਦਾ ਸੀ, ਕੀ ਹਰਕਤਾਂ ਸੀਗੀਆਂ ਉਹਦੀ, ਸਾਲਾ ਇਹ ਜਨਾਨੀ ਵੀ ਇਹੋ ਜਿਹੀ ਹੋਗੀ। ਅੱਜ ਤੋਂ ਉਹ ਬੰਦਾ ਤਾਂ ਚਲਾ ਗਿਆ ਇੱਧਰੋਂ। ਤੁਸੀਂ ਆਪਣੇ ਆਪ ਨੂੰ ਔਰਤ ਆਈਡੈਂਟੀਫਾਈ ਕਰਦੇ ਹੋ? ਬਿਲਕੁਲ ਬਿਲਕੁਲ ਕਰਦੀ ਹਾਂ। ਅਗਰ ਮੈਂ ਉਹਦੇ ਵਾਸਤੇ ਘਰੇ ਖਾਣਾ ਬਣਾਉਂਦੀ ਸੀ, ਉਹਦੇ ਵਾਸਤੇ ਹਰ ਇੱਕ ਚੀਜ਼ ਕਰਦੀ ਸੀ ਜਿਹੜੀ ਇੱਕ ਵਾਈਫ ਕਰਦੀ ਹੈ। ਉਹ ਤੋਂ ਪੁੱਛੇ ਬਿਨਾ ਘਰੋਂ ਬਾਹਰ ਨਹੀਂ ਨਿਕਲਦੀ ਸੀ, ਉਹ ਤੋਂ ਪੁੱਛੇ ਬਿਨਾ ਕੱਪੜੇ ਨਹੀਂ ਖਰੀਦਦੀ ਸੀ। ਮੈਂ ਇੱਕ ਦੋਸਤੀ ਦੇ ਨਾਤੇ ਮੈਂ ਇੱਕ ਛੋਟੀ ਜਿਹੀ ਚੀਜ਼ ਦਿਖਾਉਂਗੀ। ਅਗਰ ਦੋਸਤੀ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਦੋਸਤਾਂ ਤੋਂ ਇਹ तो नहीं पूछते ना कि यार मैं ये वाले कपड़े खरीद लूं, नहीं पूछते। मेरे ख्याल से कोई भी दोस्ती में इतना हक नहीं देता। मैं अपने लिए जो सूट भी खरीदती थी वो भी उससे पूछे बिना नहीं खरीदती थी जी, ठीक है। बहुत सारी चीज़ां ने है ना, कहते कि गल्लां बहुत होंदियां, जिन्ने मूँह उन्नियां गल्लां है ना। पर मैं एक चीज़ जानती हूँ, ताली कदे भी एक हाथ तो नहीं बजती, ताली हमेशा 2 हाथ तो बजती है, राइट। वो मीडिया वाले ने उहदा बयान चलाता, कोई गल नहीं है, आज मेरी बदनामी हो रही है या कुछ भी हो रहा है, कोई चक्कर नहीं है, ठीक है। कहते बदनामी भी उहदी हुंदी है जिहदी इज्जत होवे, असी कमाई है। अगर साडी बदनामी हो रही है, पहली गल तो वो झूठी है, दूजी गल मेरे आसे पासे दे ਜਿਹੜੇ भी लोकी ने ਉਹਨਾਂ ਨੂੰ पता मैं किहो जी हाँ, ਤਾਂ ਉਹ ਉਹਨਾਂ ਦੀਆਂ ਗੱਲਾਂ ਤੇ ਆਣਗੇ ਹੀ ਨਹੀਂ, ठीक है। बट हाँ ਇੰਨਾ ਹੈਗਾ ਕਿ ਮੈਂ ਉਹ ਮੀਡੀਆ ਹਾਊਸ ਤੇ ਸਵਾਲ ਜ਼ਰੂਰ ਉਠਾਉਂਗੀ ਕਿ ਇਹੋ ਜਿਹੇ ਉਹਨਾਂ ਦੇ ਕੀ ਕੰਗਾਲੀ ਪੈ ਗਈ ਕਿ ਉਹਨਾਂ ਨੇ 5000 ਪਿੱਛੇ ਫੇਕ ਇੰਟਰਵਿਊ ਲਗਾਇਆ। ਇਹ ਮੈਂ ਸੂਟ ਖਰੀਦਣ ਵਾਸਤੇ ਗਈ ਸੀ, ਮੈਂ ਉਹਨੂੰ ਫੋਟੋ ਕਲਿੱਕ ਕਰ ਕਰਕੇ ਭੇਜ ਰਹੀ ਸੀਗੀ। ਉਹ ਮੈਨੂੰ ਕਹਿ ਰਿਹਾ ਸੀਗਾ ਇਹ ਲੈ ਲੈ ਇਹ ਲੈ ਲੈ, ਤਾਂ ਰਿਲੇਸ਼ਨਸ਼ਿਪ ਸੀਗਾ ਤਾਈਓ ਸੀਗਾ ਇਹ। मैं वो तो पूछे बिना, मतलब अगर आधी राती मेरी तबीयत भी खराब हो गई ना, मैं उन्हें कॉल कर देती सी, यार मेरी तबीयत खराब है, ਉਹਦਾ ਜਵਾਬ ਇਹ ਆਂਦਾ ਸੀ ਮੈਂ ਕੱਲ ਆਉਂਗਾ। ਤੁਹਾਡੀ ਮੁਲਾਕਾਤ ਕਿਵੇਂ ਹੋਈ? ਮੇਰੀ ਮੁਲਾਕਾਤ ਉਹਦੇ ਨਾਲ ਫਸਟ ਟਾਈਮ ਇੱਕ ਕਲੱਬ 'ਚ ਹੋਈ ਸੀ, ਉਦੋਂ ਬਾਅਦ ਇੱਕ ਡੇਟਿੰਗ ਪਲੇਟਫਾਰਮ ਤੇ ਹੋਈ ਸੀ। ਤਾਂ ਉਹ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਡੇਟ ਤੇ ਗਏ, ਮੁਲਾਕਾਤਾਂ ਹੋਈਆਂ, ਬਹੁਤ ਕੁਝ ਹੋਇਆ ਹੈ ਨਾ। ਤਾਂ ਉਹ ਤੋਂ ਬਾਅਦ ਫਿਰ ਰਿਲੇਸ਼ਨਸ਼ਿਪ 'ਚ ਆ ਕੇ ਸੀ ਅਸੀਂ। ਸਟਾਰਟਿੰਗ ਤੋਂ ਤਾਂ ਅਸੀਂ ਕਲੀਅਰ ਸੀਗੇ ਕਿ ਉਹਨੇ ਸ਼ਾਦੀ ਕੁੜੀ ਨਾਲ ਕਰਨੀ ਆ ਅੱਗੇ ਚੱਲ ਕੇ। ਕਹਿੰਦਾ ਹੁੰਦਾ ਸੀ ਮੈਂ ਆਪਦੇ ਮਾਪਿਓ ਦਾ ਇਕੱਲਾ ਮੁੰਡਾ ਹੈਗਾ ਹੈ ਨਾ। ਅੱਛਾ। ਤਾਂ ਮੈਂ ਉਹਨੂੰ ਕਿਹਾ ਸੀ ਚਲ ਕੋਈ ਬਾਤ ਨਹੀਂ। ਤੁਹਾਨੂੰ ਮਤਲਬ ਇਹ ਗੱਲ ਉਹਨਾਂ ਨੇ ਪਹਿਲਾਂ ਹੀ ਕਹਿਤੀ ਸੀ? हाँ ये बात कह रही थी कि मैं लड़की से शादी करूंगा पर रहूंगा तेरे साथ ही। अच्छा। क्योंकि वंश आगे बढ़ाना पड़ेगा, उसने ये बात बोली थी, मैं पर रहूंगा तेरे साथ ही। ये चीज़ क्लियर थी हमारी। तो मैं समझ नहीं पा रही कि मेरे साथ इतनी गंदी क्यों हुई। एक तो उस भगवान ने बना के ऐसा भेजा। एक पासे ਤੁਸੀਂ ਕਹਿੰਦੇ ਹੋ ਕਿ मैं वाइफ सीगी ओदी, और तुसी ये भी कहा कि शायद अब ये बात पे मैं आपको जवाब देती हूँ, अगर पूरी लड़की होती तो मेरे साथ ऐसा नहीं होता ना। शायद यहाँ कमी रह गई। अगर मैंने तो अपनी साइड से वो पूरी फॉर्मेलिटी निभाई, बस एक बच्चा पैदा करके नहीं दे सकती थी, बाकी तो पूरी फॉर्मेलिटी निभाई है। सिर्फ एक बच्चा पैदा ना करके देना वो मेरी सजा बन गया शायद, मुझे ऐसा लगता है, या शायद मेरा रंग रूप बन गया, ये भी हो सकता है। इस गल दा सेटबैक लग गया थानू? बिल्कुल लगा, मुझे लगता है ऐसा, आज भी लगता है। कितना क दुख है मन दे विच, कितना क अफसोस है? मन करता है दीवारों पे सर मारूं, जो मेरे साथ हुआ है, इससे बड़ी बात नहीं कह सकती। मन करता है भगवान उठा ले, सुबह ना दिखाए, पर फिर ये सोच कर रुक जाती हूँ कि अगर मैं चली गई तो आज जो मेरे अपने हैं उनका क्या होगा। ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਬ੍ਰੇਨ ਟਿਊਮਰ ਹੈ, ਤੁਹਾਨੂੰ ਬ੍ਰੇਨ ਟਿਊਮਰ ਦੇ ਮਰੀਜ਼ ਹੋ ਤੁਸੀਂ। ਜੀ ਹਾਂ ਜੀ। ਔਰ ਜਿਹੜਾ ਤੁਸੀਂ ਇਲਾਜ ਤੇ ਪੈਸਾ ਲਾਉਣਾ ਸੀਗਾ ਉਹ ਤੁਸੀਂ ਇਲਾਜ ਤੇ ਨਹੀਂ ਬਲਕਿ ਉਸ ਸ਼ਖਸ ਨੂੰ ਪੈਸੇ ਦਿੱਤੇ। ਕਈ
ਰੂਪ ਦੇ ਵਿੱਚ ਤੁਸੀਂ ਉਹਨੂੰ ਪੈਸੇ ਦਿੱਤੇ? मैंने उसको गोल्ड लेके दिए, 19 हज़ार की जैकेटें पहनता था वो इंसान, उसके शौक बहुत बड़े थे। ਤੁਹਾਡੇ ਕੋਲ ਇੰਨਾ पैसा कित्थों आया? मेरे फादर साहब की 3 से 4 रेंटल प्रॉपर्टियां हैं जो आज रेंट पर चढ़ी हुई हैं। उनका रेंट आता है मुझसे, मुझे मंथ का 1.5 से 2 लाख। उसके अलावा जैसे आप देख सकते हैं मैं स्टोन्स बहुत पहनती हूँ खुद भी। मैं स्टोन्स का काम करती हूँ। मेरे से कुछ हैं मेरे जो परमानेंट क्लाइंट्स हैं, जो फैमिली नोन्स है, आगे काफ़ी लोग हैं, वो लोग मुझसे स्टोन्स मंगवाते हैं। जेम स्टोन्स का काम हाँ करते जी। हैं। इसके अलावा अगर मैं बात करूँ तो मेरे बहुत फैमिली वाले भी हैं जो आज के वक्त में जो मैंने खुद कमाए हैं वो मेरी बहुत मदद करते हैं। तो मेरा चल जाता है। ਤੁਸੀਂ मतलब ਤੁਹਾਡਾ ਕਹਿਣ ਦਾ मतलब एक ਚੰਗੇ ਰਈਸ परिवार ਤੋਂ ਹੋ ਤੁਸੀਂ? हाँ जी, ये आप कह सकते हैं। मैं ये नहीं बोलूँगी चंगे रईस परिवार तो हाँ मैं, बट इन्ना कह सकती हूँ कि परमात्मा ने इन्ना दिता है कि अगर मेरे घरे 50 जने भी आन तो भरपेट जाएंगे। और मैं मांगती भी यही हूँ परमात्मा तो कि दात्या मेरे घरे चाहे 100 आन चाहे 200 आन, मैनू इन्ना दे कि मैं उन्होंने खाना खिला के भेज सका और मैनू कुछ नहीं चाहिए जिंदगी मैं मांगती भी यही हूँ तो और कुछ नहीं मांगती। ਜਦੋਂ ਇਹ ਸਾਰਾ ਸਿਨੈਰੀਓ ਹੋਇਆ ਤੁਹਾਡੀ ਉਹ ਰੋਂਦਿਆਂ ਦੀ ਵੀਡੀਓ ਜਦੋਂ ਬਾਹਰ ਆਈ ਤਾਂ ਕੀ ਤੁਹਾਡੀ ਦੁਬਾਰਾ ਇਸ ਸ਼ਖਸ ਕਾਇਰਵ ਦੇ ਨਾਲ ਗੱਲਬਾਤ ਹੋਈ ਫਿਰ ਜਾਂ ਉਹਦੇ ਪਰਿਵਾਰ ਦੇ ਨਾਲ ਗੱਲਬਾਤ ਹੋਈ? ਕਿਉਂਕਿ ਤੁਹਾਡੀ ਇੱਕ ਵੀਡੀਓ ਪਰਿਵਾਰ ਤੁਸੀਂ ਉਹਦੇ ਘਰ ਗਏ ਹੋ ਬੈਦਨਾਥ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਸੀਗਾ, ਤਾਂ ਉੱਥੇ ਪਰਿਵਾਰ ਦੇ ਨਾਲ ਵੀ ਤੁਹਾਡੇ ਕੋਈ ਤਕਰਾਰ ਹੋਈ ਹੈ ਤਾਂ ਉਹਦੀ ਵੀ ਜਿਹੜੀ ਵੀਡੀਓ ਸੀ ਉਹ ਵੀ ਬਾਹਰ ਆ ਰਹੀ ਸੀ। ਮੈਂ ਉਹਦੇ ਘਰੇ ਗਈ ਉਹਦੇ ਮਾਪਿਓ ਤੋਂ ਪੁੱਛਣ ਵਾਸਤੇ। ਮੈਂ ਕਿਹਾ ਆਂਟੀ ਵਿਸ਼ਾਲ ਹੈ ਘਰੇ? ਮੈਂ ਕਿਹਾ ਮੈਨੂੰ ਦੱਸ ਦਿਓ ਕਿੱਥੇ ਹੈਗਾ, ਪਲੀਜ਼ ਮੈਨੂੰ ਦੱਸ ਦਿਓ, ਮੇਰੀ ਗੱਲ ਕਰਾ ਦਿਓ ਉਹਦੇ ਨਾਲ। ਉਹਦੀ ਦਾਦੀ ਨੇ ਆ ਕੇ ਮੇਰੇ ਕੋ ਐਸੇ ਪੁਸ਼ ਕਰਾ। ਉਹਦੀ ਮਾਂ ਕਹਿੰਦੀ ਇਹ ਬਾਹਰ ਨਿਕਲ। अच्छा। माँ कहती हमारे बेटे के पीछे पड़ा हुआ, ये हराम ज्यादा कुत्ते का जना, पता नहीं क्या क्या बोला उसकी मदर ने। एक तरफा कभी नहीं सुनना चाहिए। जो मैंने वो वीडियो खुद डाली है इंस्टाग्राम पे, मेरा गुस्सा था वो। क्या मेरा गुस्सा निकलना नहीं बनता था? मेरे साथ इतना गलत हुआ। शायद उसके साथ हुआ होता तो उसका भी गुस्सा होता ना वो। तो मैंने मैं ਉਹਦੀ ਮਦਰ ਦੇ ਨਾਲ ਜੋ ਕੀਤਾ ਹੈਗਾ ਮੈਨੂੰ ਉਹਦਾ ਕੋਈ ਗਿਲਟ ਨਹੀਂ ਹੈਗਾ, ਬਟ ਫਿਰ ਵੀ ਉਹਨਾਂ ਨੂੰ ਲੱਗਦਾ ਹੈਗਾ ਤਾਂ ਹੱਥ ਜੋੜ ਕੇ ਇਹ ਪੰਨੇ ਹੱਥ ਮੈਂ ਮਾਫੀ ਮੰਗ ਲੈਂਦੀ ਹਾਂ। ਬਟ ਜੋ ਉਹਨਾਂ ਦੇ ਮੁੰਡੇ ਨੇ ਕੀਤਾ ਮੇਰੇ ਨਾਲ, ਜੋ ਉਹਨਾਂ ਦੇ ਮਾਪਿਓ ਨੇ ਕੀਤਾ, ਕਿਉਂ ਮਾਫੀ ਮੰਗਣਗੇ ਮੇਰੇ ਤੋਂ? ਉਹ ਮਾਫੀ ਮੰਗਣਗੇ? मेरा वक्त, मेरा टाइम, मेरा ट्रस्ट, मेरे अपने, मेरा पैसा, मेरी हेल्थ, मेरे जो ये नुकसान हुए इनकी भरपाई करके दे सकते हैं वो? कितना पैसा लाया तुसी उस? मैं वो मुंडे ते 40 लाख तो उत्ते लाया हुआ है। आज मैं खुल के कह रही हूँ 9 लाख तो उत्तों दी ਤਾਂ गूगल पे ट्रांजैक्शंस है कल्ली ਜਿਹੜੀ ਉਹ ਚੈਟ ਤੇ ਮੰਨਿਆ ਹੋਇਆ ਹੈ। ਆ WhatsApp ਤੇ ਉਹਦਾ ਹੀ ਨੰਬਰ ਹੈ ਨਾ ਜਿੱਤੇ ਤੁਹਾਨੂੰ ਉਦੋਂ ਨਹੀਂ ਇਹਨਾਂ ਗੱਲਾਂ ਦਾ ਅਹਿਸਾਸ ਹੋਇਆ ਜਦੋਂ ਤੁਸੀਂ ਕੋਈ ਪੈਸਾ ਵੈਸਾ ਦੇ ਰਹੇ ਸੀ ਤਾਂ ਤੁਹਾਨੂੰ ਉਦੋਂ ਨਹੀਂ ਪਤਾ ਲੱਗਿਆ ਕਿ ਸ਼ਾਇਦ ਇਹ ਫਿਊਚਰ ਦੇ ਵਿੱਚ ਮੇਰੇ ਨਾਲ ਜਿਹੜਾ ਹੈਗਾ? ਕਹਿੰਦੇ ਜੀ ਪਿਆਰ 'ਚ ਇਨਸਾਨ ਹੋਵੇ ਨਾ ਉਸ ਟਾਈਮ ਕੁਛ ਨਹੀਂ ਦਿਖਦਾ ਹੁੰਦਾ। ਕਹਿਣ ਨੂੰ ਤਾਂ ਪੂਰੀ ਦੁਨੀਆ ਮੈਨੂੰ ਕਹਿੰਦੀ ਸੀ ਉਹ ਝੂਠਾ ਹੈ, ਉਹ ਮੱਕਾਰ ਹੈ, ਉਹ ਪੇਟ ਕਰਦਾ ਹੈ, ਉਹਦੇ ਮਾਪਿਓ ਝੂਠੇ, ਉਹਦਾ ਨਾਮ ਝੂਠਾ ਹੈ, ਪਹਿਚਾਨ ਝੂਠੀ ਹੈ, ਸ਼ਹਿਰ ਝੂਠਾ ਹੈ, ਸਭ ਝੂਠਾ ਹੈ। ਕਦੇ ਕਿਸੇ ਦੀ ਮੰਨੀ ਨਹੀਂ ਮੈਂ। ਨਹੀਂ ਯਾਰ ਮੇਰੇ ਹਾਲਾਤ ਐਵੇਂ ਨਹੀਂ ਹੋ ਸਕਦਾ। ਮੈਂ ਕਦੇ ਕਿਸੇ ਦੀ ਮੰਨੀ ਨਹੀਂ ਯਾਰ। ਜਦੋਂ ਖੁਦ ਆਪਣੀਆਂ ਅੱਖਾਂ ਤੋਂ ਬਹੁਤ ਚੀਜ਼ਾਂ ਦੇਖ ਲਈ, 2.5 ਸਾਲ ਝੇਲਿਆ ਮੇਰੇ ਨਾਲ ਤਾਂ ਜੀ ਐਵੇਂ ਹੁੰਦਾ ਸੀਗਾ। ਸਹੀ ਬਤਾਵਾਂ, ਕਹਿੰਦੇ ਇੱਕ ਵਾਰੀ ਇੱਕ ਸਿਆਣੇ ਨੇ ਬੁਲਾਇਆ 3 ਸਿਆਣੇ ਨੂੰ। ਸਿਆਣਾ ਕਹਿੰਦਾ ਜੀ ਮੈਂ ਤਾਂ ਖੁੰਦਸ ਨਿਕਾਲਣੀ ਹੈ, ਕਿਸੇ ਤੋਂ ਮੈਨੂੰ ਬਤਾਓ ਕਿਵੇਂ ਨਿਕਾਲਣੀ ਹੈ। ਪਹਿਲਾ ਕਹਿੰਦਾ ਮਾਰ ਦੋ, ਕਹਿੰਦਾ ਕੀ ਫਾਇਦਾ, ਉਹ ਤਾਂ ਮਰ ਜਾਊਗਾ। ਦੂਜਾ ਕਹਿੰਦਾ ਜਲਾ ਦੋ, ਕਹਿੰਦਾ ਕੀ ਫਾਇਦਾ, ਜਲ ਕੇ ਤੜਪ ਕੇ ਮਰ ਜਾਊਗਾ। ਤੀਜਾ ਕਹਿੰਦਾ ਇਹ ਸਾਡੇ ਤੋਂ ਸਿਆਣਾ ਲੱਗਦਾ। ਇਹਨੂੰ ਤਾਂ ਸੋਚ ਕੇ ਜਵਾਬ ਦੇਣਾ ਪੈਣਾ। ਉਹਨੇ ਟਾਈਮ ਲਿੱਤਾ 5 ਮਿੰਟ ਤਾਂ ਫਿਰ ਉਹਨੇ ਕੀ ਕਿਹਾ ਉਹਨੇ ਕਿਹਾ ਜੀ ਤੁਸੀਂ ਤਾਂ ਇੱਕ ਕੰਮ ਕਰੋ, ਉਹਨੂੰ ਮੁਹੱਬਤ ਚ ਪਾਓ, ਆਪ ਦਾ ਯਕੀਨ ਦਿਲਾਓ ਤੇ ਟਰਸਟ ਉਹਦਾ ਬਾਅਦ ਚ ਉਹਨੂੰ ਪਿਆਰ ਚ ਪਾ ਕੇ ਐਵੇਂ ਕਰਕੇ ਛੱਡ ਦੋ। ਉਹ ਰੋਜ਼ ਤਿਲ ਕਰਕੇ ਮਰੂਗਾ। ਤੁਹਾਡੇ ਨਾਲ ਉਹ ਹੋਈ ਹੁਣ ਮੈਨੂੰ ਇਹ ਨਹੀਂ ਪਤਾ ਕਿ ਮੈਂ ਤੁਹਾਨੂੰ 40 ਲੱਖ ਰੁਪਏ ਲਾਏ ਦਾ ਅਫਸੋਸ ਹੈ ਜਾਂ ਜੋ ਤੁਹਾਡੇ ਨਾਲ ਤੁਹਾਡੀਆਂ ਫੀਲਿੰਗਸ ਹਰਟ ਹੋਈਆਂ ਜਾਂ ਤੁਹਾਡੇ ਨਾਲ ਇੱਕ ਪਿਆਰ ਦਾ ਜਿਹੜਾ ਹੈਗਾ ਉਹ ਰਿਸ਼ਤਾ ਬਣਾ ਕੇ ਉਹ ਤੁਹਾਡੇ ਨਾਲ ਤੋੜਿਆ ਉਹਦਾ ਤੁਹਾਨੂੰ ਅਫਸੋਸ ਹੈ? ਤੁਸੀਂ ਮੇਰਾ ਨਾਮ ਜਾਣਦੇ ਹੋ ਸ਼ਾਇਦ, ਡੀਡੀ ਗੋਇਲ, ਰਾਈਟ? ਗੋਇਲ ਯਾਨੀ ਬਨੀਆ। ਬਨੀਆ ਦੀ ਕਹਾਵਤ ਹੈ
ਸਾਰੇ ਜਾਤ ਵਾਲਿਆਂ ਨੇ ਲక్ష్ਮੀ ਮਾਤਾ ਨੂੰ ਆਪਦੇ ਘਰੇ ਬੁਲਾਇਆ। ਬਾਮਨ ਤੋਂ ਬਾਅਦ ਹੋ ਗਈ ਬਨੀਏ ਦੇ ਘਰੇ। ਬਨੀਏ ਨੇ ਮਾਤਾ ਵਾਸਤੇ 56 ਭੋਗ ਬਣਾਏ। 55 ਭੋਗ ਖਾ ਕੇ ਮਾਤਾ ਕਹਿੰਦੀ 56ਵਾਂ ਕਿੱਥੇ ਹੈ? ਬਨੀਆ ਕਹਿੰਦਾ ਮਾਤਾ ਤੂੰ ਮੈਨੂੰ ਵਚਨ ਦੇ, ਤੂੰ ਇੱਥੇ ਹੀ ਬੈਠੀ ਹੈ, ਮੈਂ ਹੁਣੇ ਜਾ ਕੇ ਲੈ ਕੇ ਆਇਆ। ਮਾਤਾ ਕਹਿੰਦੀ ਜਾ ਦਿੱਤਾ ਵਚਨ, जल्दी जाओ और लेके आ। बनिया बाहर निकला, उन्हें कुंडी लगाई, ताला लगाया, चाबी लगाई और चाबी लेके कुएं च कूद के मर गया। लक्ष्मी घर दे अंदर उस वचन करके बनिए दे घर ही रह गई। तो देखो जी साडे तो पुश्तां तो चीज़ चली आ रही है, तो लक्ष्मी का तो मैंने दुख है नहीं, क्योंकि माता रानी साडे ते कृपा है माता दी। माता किते जांदी नहीं। मेरे प्यो ने एक ही चीज़ सिखाई है, हाथ दा मैल है, आज हैगा कल नहीं है, तो ये ते कदे नहीं तराना। ठीक है, हुनर है, जुबान दा कमाने हैं, काम दा कमाने हैं, आज नहीं है कल फिर आज हो। दुख मैनू इस चीज़ का है, मेरा यकीन, मेरा ट्रस्ट, मेरा अपनापन, मेरे रिश्तेदार, मेरा परिवार, मेरे भाई बंधु, मेरे दोस्त, मेरी कम्युनिटी, मेरा काम धंधा, मेरी आज़ादी, मेरे सपने, क्या क्या तुड़वाए हैं उस इंसान ने। आज मुझे कोई कॉल करके बोलेगा कि यार मेरे को ना तेरी हेल्प चाहिए, ਤੁਹਾਡੇ ਤੇ ਉਸ ਲੜਕੇ ਦੇ ਰਿਸ਼ਤੇ ਦੇ ਬਾਰੇ ਕਿੰਨੇ ਕੁ ਲੋਕਾਂ ਨੂੰ ਪਤਾ ਸੀਗਾ? ਬਹੁਤ ਲੋਕਾਂ ਨੂੰ ਪਤਾ ਹੈ। ਚੰਡੀਗੜ੍ਹ ਦੀ ਹਰ ਇੱਕ LGBT ਕਮਿਊਨਿਟੀ ਨੂੰ ਪਤਾ ਹੈ। ਜਿਹੜੇ ਸ਼ੋਅ ਤੇ ਉਹ ਐਜ਼ ਅ ਸ਼ੋਅ ਸਟਾਪਰ ਗਿਆ, ਸਾਰੇ ਆਰਗੇਨਾਈਜ਼ਰਾਂ ਨੂੰ ਪਤਾ ਹੈ, ਉਹਦੇ ਖੁਦ ਦੇ ਦੋਸਤਾਂ ਨੂੰ ਪਤਾ ਹੈ, ਹਰ ਇੱਕ ਮੀਡੀਆ ਹਾਊਸ ਨੂੰ ਪਤਾ ਸੀਗਾ, ਜਿੱਥੇ ਉਹ ਮੇਰੇ ਨਾਲ ਪ੍ਰੈਸ ਕਾਨਫਰੰਸ ਤੇ ਬੈਠਿਆ ਹੈਗਾ। ਹਰ ਇੱਕ मतलब ਜਿਹੜੇ ਮੇਰੇ ਸ਼ੋਅ ਤੇ ਚੀਫ ਗੈਸਟ ਆਉਂਦੇ ਹੁੰਦੇ ਸੀ, ਉਹਨਾਂ ਦਾ ਨਾਮ ਨਹੀਂ ਲੈ ਸਕਦੀ, ਉਹਨਾਂ ਨੂੰ ਪਤਾ ਸੀਗਾ, ਹਰ ਕਿਸੇ ਨੂੰ ਪਤਾ ਸੀਗਾ। ਹੁਣ ਇਹ ਤੋਂ ਵੱਧ ਕੇ ਮੈਂ ਕੀ ਕਹਿ ਸਕਦੀ ਹੂੰ, ਕਿਉਂਕਿ ਅੱਜ ਉਹ ਇਨਸਾਨ ਤਾਂ ਬਿਲਕੁਲ ਹੀ ਮੁਕਰ ਰਿਹਾ। ਮੈਨੂੰ ਇਹ ਸਮਝ ਨਹੀਂ ਆ ਰਹੀ ਮੁਕਰ ਕਾ ਤੋਂ ਰਿਹਾ ਹੈ ਭਾਈ। ਕਹਿੰਦੇ ਹੈ ਕਰੋ ਤਾਂ ਛਾਤੀ ਠੋਕ ਕੇ ਕਰੋ, ਫਿਰ ਡਰਨਾ ਨਹੀਂ ਚਾਹੀਦਾ। ਅਗਰ ਹਿੰਮਤ ਨਹੀਂ ਸੀ ਨਾ, ਫਿਰ ਇਹ ਚੀਜ਼ 'ਚ ਪੈਣਾ ਹੀ ਨਹੀਂ ਚਾਹੀਦਾ ਸੀ। और एक दुख हो रहा है छोटा जा, कहते उनसे मिले तो बातें बनी 2, उनसे जुदा हुए तो बनी 3, एक वो जो हमें पता थी, एक वो जो उन्हें पता थी। जो ਕਾਇਰਵ ਖੁਰਾਨਾ ਦਾ ਵਰਸ਼ਨ ਉਹਦੇ ਨਾਲ ਤਾਂ ਐ ਲੱਗ ਰਿਹਾ ਸੀਗਾ ਕਿ ਇਹ ਸਿਰਫ ਵਨ ਸਾਈਡਡ ਹੈ ਤੁਹਾਡੇ ਵੱਲੋਂ ਹੀ ਹੈ, ਜਿਵੇਂ ਤੁਹਾਡੇ ਕੋਲੇ ਗੱਲਬਾਤ ਕਰਨ ਆਏ ਆ ਅਸੀਂ, ਤਾਂ ਇਹੀ ਜਾਪ ਰਿਹਾ ਕਿ ਸਿਰਫ ਇਹ ਵਨ ਸਾਈਡਡ ਸੀ, ਤੁਹਾਡੇ ਵੱਲੋਂ ਹੈ। ਉਹ ਮੁੰਡੇ ਨਾਲ ਤਾਂ ਜਿਵੇਂ ਉਹਦੇ ਨਾਲ ਤਾਂ ਕੋਈ ਧੱਕਾ ਜਾਂ ਤੁਹਾਡੇ ਤੋਂ ਹੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਾਹਰ ਚਲਾ ਗਿਆ, ਫੋਰਨ ਕੰਟਰੀ ਚਲਾ ਗਿਆ, ਤਾਂ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਤੁਹਾਡੇ ਤੋਂ ਪੱਲਾ ਛੁਡਾ ਕੇ ਉਹ ਗਿਆ ਹੋਵੇ। ठीक है, इस वीडियो में कोई धक्का हुआ है? इस वीडियो में कोई धक्का चल रहा है, मैं दोबारा दिखाना चाहूँ। आप देखिए ये लड़का, इधर आपका की प्रोफेशन है कि ये मॉडल है कि ये कुछ भी नहीं था। जब ये मुझसे मिला ये 0 था। आज मुझसे मिलने के बाद ये काफी शोज पे एज शो स्टॉपर जा चुका था, काफी कुछ कर चुका था, नाम कमा चुका था। इसकी मोहब्बत में मैंने केडी प्रोडक्शन ओपन करा, यानी कि कायरव दीपक, क्योंकि इसको मॉडलिंग का शौक था। मैंने कहा चलो यार कोई बात नहीं, कर देते हैं ओपन। मैंने फैशन शो रखा, ठीक है, मतलब एज मॉडल भी तुसी लॉन्च किया? हाँ जी। कुछ भी नहीं था वो इंसान। जो इंसान 4000 के सड़े हुए कमरे में रह रहा है, उस इंसान के पास क्या होगा? नाम मतलब क्या बात है, कायरव खुराना, बाप जर्मनी में, माँ कॉलेज की ट्रस्टी। मैं तो कहती मर गई, मेरे को पढ़वा दे। साला वो भी नहीं पढ़वाया कभी जिंदगी में। मराठी मुर्गा कहता था खुद को, ठीक है। मैं तो हैरान थी भाई, वो तो बाद में हिमाचली मुर्गा निकला, है ना। तो बहुत कुछ है जो अब बात करें अगर हम एक छोटी सी की पहचान कायरव खुराना, है ना। मुझे सबसे ज्यादा दुख इस बात का लगता है कि वो तो कायरव खुराना भी नहीं है, वो तो कायरव खुराना भी नहीं है। और आज वो मीडिया के सामने भी कायरव खुराना बन के जो उतर रहा है, मुझे तो उस बात का भी बड़ा दुख लगता है। सिर्फ ये उसका स्कूल था, इसके स्कूल से उसकी सारी डिटेल्स निकलाई, ठीक है। ये उसकी टिकटॉक आईडी थी, अच्छा, जहाँ उसकी बहुत पुरानी वीडियोस है। इस टिकटॉक आईडी का नाम आप देखिए, प्राशर विशाल। अब ये विशाल कौन है मैं नहीं जानती,
मेरे वाला तो कायरव खुराना था, ये उसके डॉक्यूमेंट थे, बहुत होटलों में दिए हैं उसने जब हम कभी मनाली जाते थे या कहीं जाते थे। तो अगर ये कायरव खुराना वो था तो ये विशाल प्राशर कौन है? ये विशाल प्राशर, ये उसके ਇਹ डॉक्यूमेंट्स। ਜਿਹੜਾ ਤੁਸੀਂ ਕਾਇਰਵ ਖੁਰਾਨਾ ਦਾ ਤੁਸੀਂ ਦਿਖਾ ਰਹੇ ਹੋ हाँ जी, ਆਧਾਰ ਕਾਰਡ ਤਾਂ ਇਹ ਲੋਖੰਡ ਵਾਲਾ ਮੁੰਬਈ ਦਾ ਇਹ ਆਧਾਰ ਕਾਰਡ ये ਹੈ उसने फेक बनवा रखा था। ਔਰ ਤੁਹਾਨੂੰ ਇਸ ਤਸਵੀਰ ਤੋਂ ਨਹੀਂ ਅੰਦਾਜ਼ਾ ਹੋਇਆ ਕਿ ਆਧਾਰ ਕਾਰਡ ਤੇ ਅਜਿਹੀਆਂ ਤਸਵੀਰਾਂ ਨਹੀਂ ਲੱਗਦੀਆਂ? मुझे पता नहीं थी ये चीज, अगर इतनी अक्ल होती तो मैं शायद कभी फंसती नहीं। ਤੇ ਜਿਹੜਾ ਉਹਨਾਂ ਦਾ ਤੁਸੀਂ ਅਸਲੀ ਕਹਿ ਰਹੇ ਹੋ ਆਧਾਰ ਕਾਰਡ ਉਹ ਦਿਖਾਓ ਜ਼ਰਾ। ये उसका असली आधार कार्ड है और ये एड्रेस आप असली देख सकते हैं कहाँ का है। ਪਰ ਇਹਦੇ ਤੇ ਜਿਹੜੀ ਤਸਵੀਰ ਹੈ ਉਹ ਕਲੀਅਰ ਨਹੀਂ ਹੈ। पर ये उसका असली आधार कार्ड है। आप उससे उसके असली डॉक्यूमेंट्स मांग लीजिए, आपको पता चल जाएगा। मुझे तो ये बात समझ ही नहीं आई कि इतना फरेब और झूठा था क्यों, ऐसे कौन से केस चल रहे थे उस पे कि कौन सा किसी का भाग के आया था जो आज भी फेक ਫਿਰ आइडेंटिटी ਤੁਸੀਂ ਉਹਦੇ ਘਰ ਤੱਕ ਪਹੁੰਚ ਗਏ ਜੋ ਕਿ ਬੈਜਨਾਥ ਦੇ ਵਿੱਚ ਘਰ ਤੁਹਾਨੂੰ ਲੱਭਿਆ ਉਹਦਾ, हाँ जी। ਤਾਂ ਫਿਰ ਤੁਹਾਨੂੰ ਉੱਥੇ ਪਤਾ ਲੱਗਿਆ ਵੀ ਕੀ ਕਿਸ ਤਰ੍ਹਾਂ ਦੀ ਕੋਈ ਬੈਕਗ੍ਰਾਉਂਡ ਸੀ ਜਾਂ ਤੁਹਾਨੂੰ ਉੱਥੇ ਕੋਈ ਨੋਟਿਸ ਦੇ ਵਿੱਚ ਆਇਆ ਜਾਂ ਕੋਈ ਹੋਰ ਕੋਈ ਕੇਸ ਹੁੰਦਾ? मोहल्ले वालों का कहना है कि उनकी उस परिवार से किसी की बनती नहीं है। उसके परिवार से वापस आने के बाद मेरे पे एक रात, आप लोग विश्वास नहीं करोगे शायद, मैं अपने बेड पर सो रही थी। रात को 3 बजे मुझे ऐसा फील हुआ मेरी छाती पर ऐसे हाथ रखा किसी ने। ये मेरे ना घर पे पूनम दी और रहते हैं साथ में मेरी हेल्थ की वजह से, क्योंकि मैं अकेले नहीं रह सकती। मेरा गला यहाँ से पकड़ा गया और ऐसे करा गया। मैं उठी, मैं अपना गला छुड़वाने की कोशिश कर रही हूँ, मैं कुछ बोल नहीं पा रही। मैं चिल्लाकर पड़ी, पूनम दी, सब मेरे कमरे में। 2-3 दिन लगातार ये चीज़ हुई। मैंने पूछा लोगों से, हिंदू तख्त के महामंडलेश्वर जी, उनसे पूछा, और भी काफ़ी लोग हैं। तो मुझे कहा गया कि कायरव की मदर ने तेरी एक पिंक कलर की टी शर्ट की गुड़िया बना रखी है, 3 सुई तेरे मुंह में, 4 सुई तेरे सर पे रखा रखी है। शी इज़ डूइंग ब्लैक मैजिक ऑन मी। सो मैं क्या बोलूँ, मेरे को तो कोई जवाब ही नहीं सी। मैंने तो ये पता ਉਹਦੇ ਮੁਹੱਲੇ ਵਾਲਿਆਂ ਨੇ ਤਾਂ ਮੈਨੂੰ ਕਹਿ ਰਿਹਾ ਸੀਗਾ ਕਿ ਇਹਦੀ ਮਾਂ ਚ ਕਾਲੀ ਖੇਲਦੀ ਹੈ। अच्छा, ਇਹਦੀ ਮਾਂ ਘੋਰੀ ਨੂੰ पूजती है। उसके मोहल्ले वालों ने ये बात मुझे बोली थी और वो बात सुन के मैं क्या करती, मैं मतलब उसकी माँ ने मुझे की कोशिश करी ब्लैक मैजिक से, मुझे ये 4 शानों ने बोल दिया, 1 बोले तो गलत, 2 बोले तो गलत, तीसरा बोले तो गलत, चौथा भी सेम बात कैसे बोल रहा है। उसके बाद बंगला मुखी माता के मंदिर जाके मैं हवन करवा के आई थी। उसके बाद मैं ठीक हुई। ਕਦੋਂ ਦੀ ਗੱਲ ਹੈ? कितना टाइम हो गया? ये हो गया आप 1.5 महीना लगा लीजिए। वहाँ मैं हवन जाकर करवा कर आई हूँ, तब मैं ठीक हुई। अदरवाइज डेली मेरे माउथ ब्लीडिंग, सारा दिन सोते रहना, काम धंधे पे ध्यान ਤੁਸੀਂ नहीं। ਇਸ ਬਾਬਤ ਕੋਈ ਕੰਪਲੇਂਟ ਵਗੈਰਾ ਕਿਤੇ ਤੁਸੀਂ ਦਿੱਤੀ ਹੈ, ਕੋਈ ਅਰਜ਼ੀ? जी बिल्कुल, मैंने कंप्लेंट दी हुई है इसको पंचकुला ਕਿੱਥੇ सेक्टर ਅਰਜ਼ੀ 20 ਦਿੱਤੀ में। ਤੁਸੀਂ? पंचकुला सेक्टर 20 में है ये कंप्लेन। पंचकुला के कमिश्नर साहब को भी दी हुई है मैंने ये कंप्लेन। और ये पूरी चार्जशीट है जिसमें उसके नाम से लेके पहचान से लेके हर एक तरह का केस बनाया गया था। ये हर जगह पर ये सर्कुलेट है। वैसे मैंने अपने इंस्टा पर भी डाला था कि मैंने उसके अगेंस्ट केस करा है कि अब उसे कोई भी मीडिया प्रोडक्शन हाउस में काम ना मिले। ਉਸ ਤੋਂ ਬਾਅਦ ਹੀ ਉਹ ਚਲਾ ਗਿਆ ਬਾਹਰ ਛੱਡ ਕੇ? तो ये उसके जाने के बाद की कंप्लेन है, क्योंकि उसके जाने से पहले तो मैं प्यार में थी, मैंने कुछ किया ही नहीं। उसके जाने के बाद मेरे पास राज खुले थे सारे। ਆਖਰੀ ਵਾਰੀ ਤੁਹਾਡੀ ਮੁਲਾਕਾਤ ਕਦੋਂ ਹੋਈ ਸੀਗੀ? आखिरी बार मेरी मुलाकात कब हुई थी? 3 मार्च को मेरे पापा का बर्थडे था और 14 मार्च को मेरी आखिरी मुलाकात थी। 3 मार्च को मेरे पापा के बर्थडे पे वो केक लेके आया था घर पे पापा का केक कटवाने के लिए। ਪਰ ਜਿਹੜੀ ਤੁਹਾਡੀ ਉਹ ਵੀਡੀਓ ਵਾਇਰਲ ਹੋਈ ਹੈ ਜਿੱਥੇ ਤੁਸੀਂ ਕਾਫੀ ਦੁਹਾਈ ਦੇ ਰਹੇ ਹੋ हाँ जी, ਕਿ ਤੂੰ ਮੈਨੂੰ ਬਲੌਕ ਕਰਤਾ, ਤੂੰ ਵਾਪਸ ਆ ਜਾ, ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ, ਮੈਂ ਬ੍ਰੇਨ ਟਿਊਮਰ ਦੀ ਮਰੀਜ਼ ਆ, ਤਾਂ ਉਹ ਤਾਂ ਰੀਸੈਂਟ ਹੀ ਵੀਡੀਓ ਹੈ ਤੁਹਾਡੀ। वो तो अभी की है, ज्यादा हफ्ता भी नहीं हुआ होगा, 17 अगस्त से 1 दिन पहले की होगी शायद। तो वो वीडियो मैं चाहती थी वो वापस आ जाए, पर उसका इंटरव्यू देख के अब मैं नहीं चाह रही वो वापस आए। ਤੁਸੀਂ ਜਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਉਹਨਾਂ ਨੇ ਆਪਣਾ ਨਾਮ ਕਾਇਰਵ ਰੱਖਿਆ ਹੋਇਆ, ਕਾਇਰਵ ਖੁਰਾਨਾ ਤੁਹਾਨੂੰ ਦੱਸਿਆ,
ਹੋ ਸਕਦਾ ਹੈ ਜਿਸ ਤਰ੍ਹਾਂ ਮਾਡਲਸ ਜਾਂ ਐਕਟਰਸ ਆਪਣੇ ਨਾਮ ਰੱਖ ਲੈਂਦੇ ਨੇ ਔਰ ਉਹ ਇਸ profession ਦੇ ਵਿੱਚ ਸੀ, ਮਾਡਲਿੰਗ ਦੇ ਵਿੱਚ, ਤਾਂ ਦਿਲੀਪ ਕੁਮਾਰ ਦਾ ਨਾਮ ਵੈਸੇ ਤਾਂ ਯੂਸਫ ਖਾਨ ਸੀਗਾ, ਪਰ ਉਹਨਾਂ ਨੇ ਆਪਣਾ ਦਿलीप कुमार नाम रखा, तो इस तरह भी हो सकता है। अगर ऐसा है तो पहली बात तो ये कि उनकी इंस्टा आईडी है $1 मिलियन जेरी। उनका प्रोफेशनल जो काम करते हैं वो आप यहाँ से देख सकते हैं, ये इवेंट्स, ट्रॉफी, अगर ट्रॉफी पर जूम करेंगे ना तो ट्रॉफी पर आपको जेरी दिखेगा। प्रोफेशनली उसने अपना नाम जेरी रखा हुआ था। और अगर बात की जाए जेरी की तो ये कायरव खुराना के फेक डॉक्यूमेंट्स बनवाने की क्या जरूरत थी। अगर बात की जाए कि उसने अपना नाम वैसे वो रखा था तो गूगल पे उसने अपनी गूगल पे की वो जीमेल आईडी कायरव खुराना के नाम से बनाकर यहाँ पर डाली हुई थी ताकि वो लगे ट्रांजैक्शन कायरव खुराना को जा रही है। तो ये इतना फेक करने की क्या जरूरत थी। वो ये बोल सकता था कि मेरा नाम विशाल प्राशर है। ये उन्होंने कभी नहीं ਤੁਹਾਨੂੰ ਆਪਣੇ ਮੂੰਹੋਂ ਦੱਸੀ ਗੱਲ? जी नहीं, जब मुझे पता चली मैंने लड़के ये बात उसके मुंह से निकलवाई थी। अच्छा। जी हाँ, तो ये तो उसके झूठ थे। और अगर बात करें कि आज वो परिवार ਦਾ ਕੀ ਕਹਿਣਾ ਸੀਗਾ, ਉਹ ਜਦੋਂ परिवार ਕੋਲੇ ਤੁਸੀਂ पहुंचे कि ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ पता ਸੀਗਾ? कहते हैं जी जैसी कोख वैसा जाया। अगर मेरी परवरिश पे सवाल उठा था आज मैं उसके माँ बाप की परवरिश पे सवाल उठाऊंगी। ऐसा तो हो नहीं सकता अगर बेटा घर पे सोने की चेन, सोने की अंगूठियां लेके आ रहा है तो माँ बाप पूछेंगे नहीं कि बेटा कहाँ से लेके आ रहा है। तो उसके माँ बाप भी वैसे ही गंदे नाली के कीड़े हैं जैसे वो खुद था। मैं ये बोलूँगी, आज स्पष्ट बोलती हूँ, जैसी कोख वैसा जाया। उसके माँ बाप भी वो गंदी नाली के ही हैं जहाँ से वो खुद आया। क्योंकि जो इंसान अपने बाप को बोल सकता है मेरा बाप जर्मनी रहता है जबकि उसका बाप वहाँ बैजनाथ में रह रहा था, तो वो इंसान कैसा होगा जो अपने बाप को बाप मानने को तैयार नहीं है। इसका मतलब तो ये है उसको उसके बाप से फर्क नहीं पड़ता। आज उसकी माँ, ये उसकी प्यारी मेरी सासू माँ, भोली शक्ल वाली, अगर ये इतनी भोली थी, ये स्कूल में जो जिनको बताता ट्रस्टी हैं, है ना, तो ये भोली शक्ल वाली सासू माँ अपने बाप के साथ तो बहुत कम दिखता था। ये उसके पिताश्री और बहन, ठीक है। आज उनके बेटे वो कहते हैं कि हमें हमारे बेटे का कुछ पता नहीं है, हमारा बेटा ऐसा नहीं हो सकता। राइट। कोई भी मामला है ਤੁਹਾਡਾ ਆਪਸੀ ਮਾਮਲਾ ਹੈ, ਤੁਹਾਡਾ ਤੇ ਕਾਇਰਵ ਖੁਰਾਨਾ ਉਰਫ ਵਿਸ਼ਾਲ ਦਾ ਆਪਸੀ ਮਾਮਲਾ ਹੈ। ਪਰਿਵਾਰ ਜਿਹੜੀ ਉਹਦੇ ਪਰਿਵਾਰ ਹੈ, ਮਾਂ-ਬਾਪ ਹੈ, ਤੁਸੀਂ ਉਹਨਾਂ ਦੇ ਉੱਪਰ ਕਿਉਂ ਇੰਨੀ ਸਖਤ टिप्पणी कर रहे हो? उनके परिवार के ऊपर सख्ताई देखो मैं करना चाहती तो बहुत करती, पर उनके परिवार के ऊपर सख्ताई मैंने करना जरूरी नहीं समझा था, इसलिए मैं पीछे हट गई थी। पर आज मुझे ऐसा लगता है कि उसके परिवार को भी सजा मिलनी चाहिए। अब जहां मैं रुकी हुई थी आज से मैं वो सारे एक्शन लूंगी और उसके परिवार को भी थानों में बिठाऊंगी। ਜਿਹੜੀ ਤੁਸੀਂ ਕੰਪਲੇਂਟ ਕੀਤੀ ਸੀਗੀ, ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਹੈ, ਤਾਂ ਉਸ ਕੰਪਲੇਂਟ ਦਾ ਫਿਰ ਕੀ ਫੇਟ ਬਣੀ? वो कंप्लेंट मैंने खुद रुकवा दी थी कि उसके माँ बाप को तंग ना किया जाए। पर आज मैं ये बात बोलूंगी कि अब मैं उस कंप्लेंट पर प्रॉपर एक्शन दिलवाऊंगी कि उसके माँ बाप भी जल्दी ही सामने आए, ताकि उनके माँ बाप जो मानने को तैयार नहीं है और दुनिया के सामने जो इंसान बन रहा है उन दुनिया को भी उसका ये वाला चेहरा दिखे। ये अभी रिसेंट 7 से 8 दिन पहले का वीडियो है उसके दुबई का। ये उसके दुबई वाला रूम है जिसमें वो देखिए क्या बातें कर रहे लाइव। Can I get your Insta ID? Yes, my Insta ID is in my bio. It's $1 million sharing. वाहियात और जलील आदमी है। इसकी आईडी .com पर भी बनी हुई थी जहां पर ये पेड देता था लोगों को, इसको लोगों को नहीं, इसको इसके माँ बाप को इसकी ये सच्चाइयां दिखनी अब जरूरी है। ਤੁਸੀਂ ਜਾ ਕੇ ਦੱਸੇ ਸਾਰੀ ਗੱਲਬਾਤ ਇਹਨਾਂ ਦੇ ਮਾਂ-ਬਾਪ ਨੂੰ? उसके माँ बाप को शायद अक्ल नहीं है या फिर वो दिखाना नहीं चाहते या उनको सब पता है बस बताना नहीं चाहते। मैं ये बोलूंगी उसके माँ बाप को इस सच्चाई से भी रूबरू करवाना चाहिए। ਤੁਹਾਡੀ ਬਿਮਾਰੀ ਤੇ ਵੀ ਉਹਨਾਂ ਨੇ ਸਵਾਲ ਚੱਕੇ, ਉਹਨਾਂ ਨੇ ਕਿਹਾ ਕਿ ਸਾਰਾ ढोंग है, इन्होंने कोई बीमारी नहीं है कुछ जी नहीं। बिल्कुल, मैं भगवान से दुआ करूंगी उस ऊपर वाले से, परवरदिगार से, कि मेरी बीमारी बिल्कुल ठीक हो जाए
और ये बीमारी उसको लग जाए, अगर ऐसा है तो। अगर वो सच्चा है तो मैं ऐसी मौत मरूं जो मौत शायद किसी को, मैं बोलूँगी दुश्मन को भी नसीब ना हो। और अगर वो झूठा है तो मैं बोलूँगी कि ये बीमारी जो मुझे है, ये बीमारी आज उसे लग जाए। मैं ये मांग करती हूँ। मैं आपको दिखाती हूँ, ये रिपोर्ट्स हैं मेरी, ये कहाँ मिक्स हो गई है, सॉरी। मेरी रिपोर्ट है, जिसमें साफ साफ सब कुछ लिखा हुआ है। आप लोग डॉक्टर से भी कंसर्न कर सकते हैं। मैं खुलकर साहब ने कभी कुछ नहीं दिखाना चाहती थी, क्योंकि मुझे लग रहा था कि इतना कीचड़ में मुझे उतरने की जरूरत नहीं है। पर शायद मुझे अब ये समझ आ गया है कि कीचड़ में उतरने के बाद ही इंसान कमल बनता है, तो शायद मुझे भी अब कीचड़ में उतरना ही पड़ेगा। तो अब मैं वो कोशिश कर रही हूँ। जो इंसान अगर मुझे ये बात बोल रहा है आज मीडिया में, वो मुझे दोस्त मानता था, ठीक है, अगर वो मुझे दोस्त मानता था तो मैं सिर्फ ये बात जानना चाहती हूँ कि एक दोस्त दूसरे दोस्त को ये कैसे बोल सकता है कि वो कीड़े लग लग कर और उसकी बहुत गंदी हो। और यहाँ देखिए, यहाँ वो कह रहा है अमेरिका में है वो, किसी को बोल रहा है दुबई में है, किसी को बोल रहा है अमेरिका में है, किसी को बोल रहा है कुछ है, किसी को बोल रहा है कुछ है। यहाँ उसे बताया जा रहा है कि डॉक्टर से बात हुई, उसके बहुत बुरी हाल है, ठीक है, तो कह रहा मैं रहना ही नहीं चाहता, सिर्फ अच्छा दोस्त मानता था मैं उनको, ठीक है। यहाँ वो किसी को ये बात बोल रहा है, भगवान सजा देगा उसे, मुझे कोई मतलब नहीं है उससे अब। अच्छा हाँ हाँ हाँ, मैं जानता हूँ, मैं तो इंडिया से आ गया अमेरिका, यहाँ जॉब कर रहा। अच्छा ठीक है, यहाँ किसी ने लिखा उसे मरने के बाद संस्कार हम ही करेंगे या तू करेगा, ठीक है। कहता भाड़ में जाए, मेरे को कोई मतलब नहीं है, कुत्ते की मरेगा ये, मेरे को जबरदस्ती अपने साथ रखने के लिए। यहाँ भी वो यही बात कर रहा था, ये दावे कर रहा था। अकेला कोई नहीं आएगा देखने, मेरे आंसू लगेंगे उससे, कुत्ते की मौत। अगर वो दोस्ती भी हो इंसान से तो दोस्ती में ये बातें नहीं बोली जाती। आज वो कहता है वो दुबई में जॉब करता है, ये उसकी किसी करके ऐप है, यहाँ पर उसकी आईडी बनी हुई है जहाँ पर वो डेली 4 बजे के करीब लाइव करता है। और आप ये उसका बायो पढ़िए, जो बंदा अपने आप डेट बता रहा है वो वहां पर लड़कों से इतनी और बातें करता है, अगर कोई नॉर्मल इंसान सुन ले तो उसके कान खड़े हो जाए। ये सारी चीजें हैं। जो इंसान ये उसका वो विशु, यहाँ पर भी आप देख सकते हैं, सबसे पहले इंस्टा आईडी का नाम था उसका मिस्टर विशु, उसके बाद उसने रखा जेरी दी ऑफिशियल, उसके बाद उसने फिर नाम चेंज करा, उसके बाद अब दुबई जाने के बाद $1 मिलियन जेरी रख लिया है। एक इंसान को अपने इतने नाम चेंज करने की क्या जरूरत है? ये कायरव खुराना से विशाल प्राशर तक का सफर जानना चाहूंगी। ये उसका बॉयफ्रेंड था, उसका फर्स्ट बॉयफ्रेंड, जिसका नाम था विभोर, एक लड़का था। ਇਹ ਗੱਲਾਂ ਤੁਸੀਂ ਹੁਣ ਸਾਰੀਆਂ ਮਤਲਬ ਤੁਸੀਂ ਇਕੱਠੇ ਕਰ ਲਏ, ਤੁਸੀਂ ਕਲੈਕਟ ਕਰ ਲਏ ਪ੍ਰੂਫਸ ਜਿਹੜੇ ਹੈਗੇ ਨੇ, ਪਰ ਉਦੋਂ ਨਹੀਂ ਤੁਸੀਂ ਪਤਾ ਕੀਤਾ ਇਸ ਇਨਸਾਨ ਦੇ ਬਾਰੇ ਜਦੋਂ ਇਹਦੇ ਨਾਲ ਨਜ਼ਦੀਕੀਆਂ ਵੱਧ ਰਹੀਆਂ ਸੀਗੀਆਂ ਤੁਹਾਡੀਆਂ ਔਰ ਤੁਹਾਡੀ ਇਹਦੇ ਨਾਲ ਇੱਕ ਗੂੜਾ ਰਿਸ਼ਤਾ ਜਿਹੜਾ ਹੈਗਾ ਉਹ ਬਣ ਰਿਹਾ ਸੀਗਾ, ਉਦੋਂ ਨਹੀਂ ਤੁਸੀਂ ਸਹੀ ਸਮਝਿਆ ਕਿ ਇਹਦੇ ਬਾਰੇ ਪਤਾ ਕੀਤਾ ਜਾਵੇ ਜਾਂ ਉਹ ਇਹ ਦੱਸ ਰਿਹਾ ਜਾਂ ਉਸ ਤੁਸੀਂ ਨੂੰ डबल चेक नहीं किया तुसी? उस वक्त मैं प्यार में थी। जब इंसान प्यार में होता है तो इंसान वो चीजों को साइड रखता है। मैं ये बात बोलूंगी, प्यार में परवाह नहीं करता इंसान। जब मंजी बजती है उसके बाद ही पता लगता है, जब बीमारी का पता लगता है तब ਅੱਜ ਕਿਤੇ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਇਹ ਸਾਰਾ ਕੁਝ ਜੋ ਤੁਹਾਡੇ ਨਾਲ ਤੁਸੀਂ ਕਲੇਮ ਕਰਦੇ ਹੋ ਕਿ ਹੋਇਆ ਹੈ, ਇਹਦੇ ਪਿੱਛੇ ਤੁਹਾਡੀ ਆਪਣੀ ਵੀ ਗਲਤੀ, ਆਪਣਾ ਵੀ ਕਸੂਰ ਹੈ? मैं बोलूंगी जी इसमें मेरी गलती है। मेरा कसूर ये है कि मैंने उस पर यकीन करा, विश्वास करा। मेरा कसूर ये है कि मैं उसे भगवान मानती थी। मेरा कसूर ये है कि मैंने उसको एक वक्त पे ये बात बोली कि आज मेरे पापा भी होते तो मैं तेरे को उनको छोड़ देती तेरे लिए। मैंने ये बात बोली उससे। मेरी गलतियां ये है। अगर गलतियां मेरी ये थी तो उसकी सजा भगवान मेरे को दे रहा है, तभी मैं आज बेड पर पड़ी हूँ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜਾ ਪ੍ਰਸ਼ਾਸਨ ਹੈ ਜਾਂ ਜੋ ਤੁਹਾਨੂੰ ਕਾਨੂੰਨੀ ਸਹਾਇਤਾ ਇਸ ਮਾਮਲੇ ਦੇ ਵਿੱਚ ਮਿਲੂਗੀ?
उम्मीद पूरी है जी। देखो मुझे इस देश के कानून पर पूरा भरोसा है और अब मैं प्रॉपर एक्शन से लूंगी, कानूनी कार्रवाई करूंगी, कोर्ट केस करूंगी, सब कुछ करूंगी। और मेरे साथ जो जो इन्वॉल्व थे लोग, जिनको पता था क्या रिश्ता है क्या नहीं, उन सब की गवाहियां भी आप बहुत जल्दी देखने को आप लोग को मिलेगी। बड़े से बड़े लोग, बड़े से बड़े नामी चेहरे भी हैं और कुछ नॉर्मल लोग भी हैं। आप उन सब की गवाहियां भी देखेंगे, उन सब के सबूत भी देखेंगे। और कोर्ट केस, मेरे वकीलों ने कोर्ट केस रेडी कर लिया है। मैं डिफेम का केस करने वाली हूँ इस पर, ब्लैकमेलिंग का केस करने वाली हूँ इस पर, क्योंकि मेरे पास चैट्स के प्रूफ पड़े हैं जिसमें इसने मुझे बोला कि मैं पर उतर रहा हूँ, अदरवाइज तो मुझे 50,000 रुपए दे। ये मुझे करने लग गया था लास्ट के दिनों में, और मैं हो भी रही थी या नहीं भी हो रही थी ये बोलूँगी, प्यार में थी बस, इसलिए। रेंटमैन एक वेबसाइट है जहाँ पर पेड होता है, लड़का लड़के के लिए अप्रोच करता है, वहाँ पर स्ट्रेट लड़कों के साथ करने का पे करते हैं। ये उस वेबसाइट पर इसने अपनी आईडी बनाई थी। उसके रिकॉर्डिंग मैंने इसको समझाया भी था, बहुत कुछ करा भी था, पर ये नहीं सुधरा और ये अब दुबई भागा भी। तो किसी लड़के के साथ, जीत अभिषेक नाम का लड़का है जिसके साथ ये दुबई भागा है। मैं 26 तारीख को दुबई जाने वाली थी, मेरी दुबई की फ्लाइट थी। अब ये भगवान जाने, कहते हैं घर का भेदी लंका ढाए, शायद मेरे घर का कोई भेदी ऐसा था जिसने उसको बता दिया। वो कल दुबई से फरार हो गया है। अच्छा। हाँ जी, वो कल दुबई से फरार हो गया है। ये आप देख सकते हैं, मेरे पास हर जगह का अपडेट है। ये दुबई में जहाँ रह रहा था, दुबई में अजमेरा विलेज करके है कुछ, वहाँ रह रहा था। ये इसका कल का अपडेट है। ये कल दुबई से भी फरार हो गया कहीं आगे। अभी मुझे ये नहीं पता चला ये भागा कहाँ है, पर बहुत जल्द ही इंशाल्लाह आमीन, अगर भगवान ने चाहा तो वो भी पता कर लूंगी कि भागा कहाँ है। मैंने अपने सोर्सेज लगाए हुए हैं, बहुत जल्दी ये भी पता चल जाएगा ये है कहाँ। और वहां से इस बार मैं कोशिश करूंगी कि इसको बहुत जल्द डिपोर्ट करवा कर इंडिया वापस लेकर आऊं और इसको जेल के पीछे सराखों में देखूं। ਅਖੀਰ ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਡੀਡੀ ਗੋਇਲ ਜੀ ਕਿ ਤੁਸੀਂ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆਪਣੇ ਬਾਰੇ ਤੇ ਉਸ ਸ਼ਖਸ ਦੇ ਬਾਰੇ ਦੱਸੀਆਂ ਨੇ, ਔਨ ਕੈਮਰਾ ਤੁਸੀਂ ਦੱਸੀਆਂ ਨੇ ਕਿ ਤੁਸੀਂ ਮਿੱਟੀ ਚੈਨਲ ਦੇ ਉੱਪਰ ਜੋ ਤੁਸੀਂ ਆਪਣੀ ਵਿਊਜ਼ ਰੱਖੇ ਨੇ, ਇੱਕ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਤੁਸੀਂ ਦਿੱਤੇ ਨੇ। देखिए, मैं एक सच बात और बोलती हूँ कि मैं, देखो सच बोलना अच्छा होता है, स्पष्ट कहना अच्छा होता है। मैंने यहाँ खुल के दिल से बात करी, मैंने यहाँ नहीं लगाया अपना दिमाग। जो मेरे दिल में था, जो मेरे साथ हुआ, मैंने वो बताया, और शायद ज़रूरी भी था ये बताना। अपने मन से, दिमाग से खुद को समेट के, झंझोर के सब कुछ आज बताना ज़रूरी था। मैंने अपने मन का सब कुछ अपनी मर्जी से रखा है, पर एक छोटी सी उम्मीद रखती हूँ उन मीडिया चैनलों से भी जिन्होंने चंद पैसों के लिए ये काम करा, गलत इंटरव्यू चलाया, मेरा पक्ष नहीं लिया। आज मेरे पास हर तरह के सबूत हैं। मैं चाहूँगी उन्हीं मीडिया चैनल वालों से जिन्होंने उसका इंटरव्यू लिया, आप उसका दोबारा इंटरव्यू लो और उस इंटरव्यू में आप मुझे भी शामिल करो और मैं बैठकर वहां पर उसके बोल फाड़ूंगी। वो इंसान स्क्रीन छोड़कर भागेगा। ਆਪਾਂ ਜੇ ਤੁਹਾਡੇ ਸਾਹਮਣੇ ਕਾਇਰਵ ਖੁਰਾਨਾ ਨੂੰ ਫੋਨ ਲਗਾਈਏ ਤੇ ਸਾਰੇ ਇਹ ਉਹਨਾਂ ਨੂੰ ਸਵਾਲ ਪੁੱਛੀਏ ਤਾਂ ਇਹਦੇ ਵਿੱਚ ਤੁਹਾਡੀ ਸਹਿਮਤੀ ਹੈਗੀ ਹੈ? ਬਿਲਕੁਲ ਮੇਰੀ ਸਹਿਮਤੀ ਹੈ। ਤਾਂ ਤੁਸੀਂ ਉਹਨਾਂ ਦਾ ਨੰਬਰ ਜਿਹੜਾ ਹੈਗਾ ਮੈਨੂੰ ਦੱਸੋ ਕਾਈਂਡਲੀ। आप ये देखिए, मैंने अभी तक जितनी चैट्स दिखाई हैं, मैं एक चीज ਉਹਨਾਂ ਦਾ ਜੋ ਨੰਬਰ ਚੱਲ ਰਿਹਾ ਤੁਸੀਂ ਉਹ ਨੰਬਰ ਨੋਟ ਕਰਵਾਓ ਤਾਂ ਉਹਨਾਂ ਨੂੰ ਆਨਲਾਈਨ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀ, ਕਿਉਂਕਿ ਇਹ ਵੀ ਤੁਹਾਡੇ ਇੱਕ ਮਨ ਦੇ ਵਿੱਚ, ਜ਼ਿਹਨ ਦੇ ਵਿੱਚ ਗੱਲ ਹੈ ਕਿ फेस टू फेस ਤੁਹਾਡੇ ਗੱਲ ਹੋਣੀ ਚਾਹੀਦੀ है या प्लेटफॉर्म पे होनी चाहिए। मैं आपको वो नोट करवाती हूँ, पर एक चीज और सबूत दिखाना चाहूंगी। ये कायरव की जो चैट जिस नंबर पे मेरी हुई है, ये आप नंबर पर जूम करिए, और ये कायरव की इंस्टा आईडी है। इस इंस्टा आईडी पर कॉन्टेक्ट पर जो नंबर है, ये वही नंबर है जिसकी चैट्स मैंने दिखाई है। ये नंबर है उनका 76 व्हाट्सएप पर लगेगा। ਉਹਨਾਂ ਦਾ ਮੈਨੂੰ ਲੱਗਦਾ ਜਿਹੜਾ ਇੰਟਰਨੈਟ ਉਹ ਬੰਦ ਆ ਰਿਹਾ,
ਮੋਬਾਈਲ ਨੰਬਰ ਵੀ ਸਵਿਚ ਆਫ ਹੈ, ਵੈਸੇ ਇੰਟਰਨੈਟ ਵੀ ਬੰਦ ਹੈ ਉਹਨਾਂ ਦਾ। ਚਲੋ ये फेस टाइम क्या होता है? ਹਾਂ ਫੇਸ ਟਾਈਮ ਹੁੰਦਾਗਾ, ਨੈਟ ਹੀ ਨਹੀਂ ਚੱਲ ਰਿਹਾ ਉਹਨਾਂ ਦਾ। फेस टाइम होता क्या है? ਇਹਦੇ ਵਿੱਚ ਹੁੰਦਾ, ਐਪਲ ਦੇ ਵਿੱਚ ਹੀ ਹੁੰਦਾ, ਵੀਡੀਓ ਕਾਲਿੰਗ ਲਈ ਹੁੰਦਾ ਹੈ। वो फेस टाइम से उसने इंटरव्यू दिए हैं अपने। मुझे इतनी नॉलेज नहीं है, जो भी है ये फेस टाइम। ਚਲੋ ਅਸੀਂ ਔਨ ਕੈਮਰਾ ਜਿਹੜਾ ਹੈਗਾ ਕਾਇਰਵ ਖੁਰਾਨਾ ਦੇ ਨਾਲ ਸੰਪਰਕ ਜਿਹੜਾ ਹੈਗਾ ਉਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਜਿਹੜਾ ਹੈਗਾ ਉਹ ਹੋ ਨਹੀਂ ਪਾਇਆ। ਮੋਬਾਈਲ ਨੰਬਰ ਉਹਨਾਂ ਦਾ ਬੰਦ ਆ ਰਿਹਾ ਔਰ ਇੰਟਰਨੈਟ ਵੀ ਉਹਨਾਂ ਦਾ ਬੰਦ ਆ ਰਿਹਾ। ਪਰ ਡੀਡੀ ਗੋਇਲ ਨੇ ਜੋ ਕੈਮਰੇ ਦੇ ਸਾਹਮਣੇ ਆ ਕੇ ਗੱਲਾਂ ਆਖੀਆਂ ਨੇ, ਇਹਨਾਂ ਨੇ ਕਿਹਾ ਕਿ ਉਹ ਉਸ ਸ਼ਖਸ ਦੇ ਨਾਲ ਪਿਆਰ ਦੇ ਵਿੱਚ ਸੀਗੇ, ਮੁਹੱਬਤ ਦੇ ਵਿੱਚ ਸੀ, ਤੇ ਹੋਰ ਵੀ ਸਾਰੀਆਂ ਗੱਲਾਂ ਉਹਨਾਂ ਨੇ ਬੜੀ ਬੋਲਡਲੀ ਜਿਹੜਾ ਹੈਗਾ ਕੈਮਰੇ ਦੇ ਸਾਹਮਣੇ ਰੱਖੀਆਂ ਨੇ। ਔਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਮੈਂ ਤੁਹਾਨੂੰ ਪੁੱਛ ਰਹੀ ਸੀਗੀ ਕਿ ਤੁਸੀਂ ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਬਿਲਕੁਲ ਕੋਈ ਪ੍ਰੈਸ਼ਰ ਤਾਂ ਨਹੀਂ ਕਿਸੇ ਤਰ੍ਹਾਂ ਦਾ ਤੁਹਾਡੇ ਤੇ, ਤੁਸੀਂ ਜੋ ਵੀ ਗੱਲਾਂ ਕੈਮਰੇ ਦੇ ਸਾਹਮਣੇ मिट्टी के दर्शकों के रूबरू कीतियां? मैंने जो कहा अपने होशो आवाज में अपने दिल की आवाज जनता तक पहुंचाने की कोशिश करी है, ताकि आगे से वो इंसान किसी और के साथ गलत ना करे। जो मेरे साथ हुआ है वो और किसी के साथ ना हो, और उम्मीद रखती हूँ ऐसा और किसी के साथ भगवान ना ही कराए। बिल्कुल। तो इन्हों ने जो सारा मामला प्रशासन के भी ध्यान दे विच लियांदा होया, और देखना होगा कि इस ਮਾਮਲੇ ਦਾ ਕੀ ਸਿੱਟਾ ਨਿਕਲਦਾ ਹੈ, ਕਿ ਡੀਡੀ ਗੋਇਲ ਦੇ ਲਗਾਏ ਹੋਏ ਜਿਹੜੇ ਇਲਜ਼ਾਮਾਤ ਨੇ ਕਾਇਰਵ ਖੁਰਾਨਾ ਉਰਫ ਵਿਸ਼ਾਲ ਦੇ ਉੱਪਰ ਉਹ ਸਹੀ ਨੇ, ਜਾਂ ਫਿਰ ਉਹ ਆਪਦਾ ਕੀ ਪੱਖ ਰੱਖਦੇ ਨੇ, ਜਾਂ ਉਹ ਪੁਲਿਸ ਪ੍ਰਸ਼ਾਸਨ ਕੋਲੇ ਆ ਕੇ ਕੀ ਆਪਦਾ ਪੱਖ ਰੱਖਦੇ ਨੇ। ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਧੰਨਵਾਦ।